Welcome dear students to the new session. Today we'll read 5th chapter of section C of 10 plus 2 class. The name of the chapter is The Barbers Trade Union, written by Mulk Raj Anand. Dear students, this is one of the chapters from the extensive reading chapters. So from this part you will get short answer type and long answer type question answers. So I'm not going to read the chapter word by word, but I will give you the gist of the whole story. Before starting the chapter, please briefly know about Mulk Raj Anand. प्यारे बच्चों बहुत स्वागत. Mulk Raj Anand was an Indian English writer in English, born in 1905 and died in 2004. ਮੁਲਕ ਰਾਜ ਆਨੰਦ ਭਾਰਤ ਦੇ ਇੱਕ ਬੜੇ ਮਸ਼ਹੂਰ ਅੰਗਰੇਜ਼ੀ ਲੇਖਕ ਹਨ। 1905 'ਚ ਉਹਨਾਂ ਦਾ ਜਨਮ ਹੋਇਆ, 2004 'ਚ ਉਹਨਾਂ ਦੀ ਮ੍ਰਿਤਿੂ ਹੋਈ। He was famous for many of his works. Anand described himself as one of the many groping young men of his generation who had begun to question everything in their background, to look away from big houses and to feel the misery of the inert, disease-ridden, underfed and illiterate people. ਤਾਂ ਮੁਲਕ ਰਾਜ ਆਨੰਦ ਬਹੁਤ ਵੱਡੇ ਘਰਾਣੇ ਨਾਲ ਸੰਬੰਧਿਤ ਸੀ, ਪਰ ਉਹ ਕਹਿੰਦੇ ਹਨ ਕਿ ਮੈਂ ਅਜਿਹੇ ਲੇਖਕਾਂ ਵਿੱਚੋਂ ਹਾਂ ਜਿਨ੍ਹਾਂ ਨੇ ਉਸ ਸਮੇਂ ਵੱਡੇ ਘਰਾਣਿਆਂ ਦੇ ਵਿੱਚ ਹੋਣ ਵਾਲੇ ਸਾਰੀ ਤਰ੍ਹਾਂ ਦੇ ਵਿਵਹਾਰਾਂ ਦੇ ਪ੍ਰਤੀ ਕਾਫੀ ਸਵਾਲ ਖੜੇ ਕੀਤੇ। ਉਹਨਾਂ ਨੇ ਹਰ ਗਲਤ ਚੀਜ਼ ਦੇ ਖਿਲਾਫ ਆਵਾਜ਼ ਉਠਾਈ ਔਰ ਜੋ ਗਰੀਬ ਦੱਬੇ ਕੁਚਲੇ, ਬਿਮਾਰੀ ਨਾਲ ਗ੍ਰਸਤ, ਜਿਨ੍ਹਾਂ ਨੂੰ ਚੰਗਾ ਖਾਣਾ ਪ੍ਰਾਪਤ ਨਹੀਂ ਹੁੰਦਾ, ਅਨਪੜ੍ਹ ਲੋਕ ਜਾਂ ਉਹ ਤਬਕਾ ਜਿਹੜਾ ਹਰ ਤਰ੍ਹਾਂ ਦੀ ਖੁਸ਼ੀ ਅਤੇ ਹਰ ਤਰ੍ਹਾਂ ਦੀ ਆਨੰਦ ਤੋਂ ਮਹਿਰੂਮ ਸੀ, ਉਹਨਾਂ ਲਈ ਆਵਾਜ਼ ਉਠਾਈ। ਆਨੰਦ ਵਾਜ਼ ਡੀਪਲੀ ਇਨਫਲੂਐਂਸਡ ਬਾਈ ਮਾਰਕਸਿਜ਼ਮ। ਤਾਂ ਉਹਨਾਂ ਦੇ ਉੱਤੇ ਮਾਰਕਸਵਾਦ ਦਾ ਬਹੁਤ ਪ੍ਰਭਾਵ ਸੀ। ਅਗਰ ਤੁਹਾਡੇ 'ਚੋਂ ਕਿਸੇ ਨੂੰ ਪਤਾ ਹੋਵੇ ਮਾਰਕਸਵਾਦ ਬਾਰੇ, ਤਾਂ ਇਟ ਬਿਲੀਵਸ ਇਨ ਸੋਸ਼ਲਿਜ਼ਮ। ਮਾਰਕਸਵਾਦੀ ਸਿਧਾਂਤ ਹੈ ਜਿਹੜਾ ਉਹ ਸਮਾਜਵਾਦੀ ਸਿਧਾਂਤ ਹੈ, ਵਿਚ ਬਿਲੀਵਸ ਇਨ ਦ ਇਕੁਐਲਿਟੀ ਆਫ ਐਵਰੀਥਿੰਗ, equal opportunity, equal work, equal pay। ਤਾਂ ਇਸ ਤਰ੍ਹਾਂ ਦਾ ਸਮਾਨਤਾ ਵਾਲਾ ਸਮਾਜ ਸੀ ਜਿਹੜਾ ਉਹ ਮੁਲਕ ਰਾਜ ਆਨੰਦ ਚਾਹੁੰਦੇ ਸੀ। ਉਹਨਾਂ ਦਾ ਹਰ ਵਰਕ ਇਸੇ ਚੀਜ਼ ਨੂੰ ਕਵਰ ਕਰਦਾ ਹੈ। The Barbers Trade Union is taken from The Barbers Trade Union and Other Stories, written in 1944। ਇਹ ਜੋ ਕਹਾਣੀ ਹੈ, ਇਹ ਕਹਾਣੀ ਬਾਬਰਸ ਟ੍ਰੇਡ ਯੂਨੀਅਨ ਵਿੱਚੋਂ ਲਈ ਗਈ ਹੈ, ਜੋ ਕਿ ਉਹਨਾਂ ਦੀ ਇੱਕ ਬੁੱਕ ਬਾਬਰਸ ਟ੍ਰੇਡ ਯੂਨੀਅਨ ਐਂਡ ਅਦਰ ਸਟੋਰੀਜ਼ ਛਪੀ ਸੀ 1944 'ਚ। ਉਸ 'ਚੋਂ ਇੱਕ ਕਹਾਣੀ ਇਹ ਤੁਹਾਡੇ ਨਾਲ ਹੈ। So in the beginning of the story, the writer says that among the makers of modern India, Chandu the barber boy has a place which will be denied him unless I press the recognition of the contribution to history। ਤਾਂ ਉਹ ਕਹਿੰਦਾ ਕਿ ਜਦੋਂ ਸਾਡਾ ਭਾਰਤ ਆਜ਼ਾਦ ਨਹੀਂ ਸੀ ਜਾਂ ਬਿਲਕੁਲ ਹਾਲੇ ਆਧੁਨਿਕ ਭਾਰਤ ਬਣ ਨਹੀਂ ਰਿਹਾ ਸੀ, ਹੁਣੇ ਆਜ਼ਾਦ ਹੋਣਾ ਸੀ ਜਾਂ ਹੋਣ ਵਾਲਾ ਸੀ, ਉਹਨਾਂ ਸਥਿਤੀਆਂ ਦੇ ਵਿੱਚ ਭਾਰਤ ਦੀ ਜਿਹੜੀ ਹਾਲਤ ਸੀ ਉਹ ਬਿਲਕੁਲ ਵਧੀਆ ਨਹੀਂ ਸੀ, ਕਿਸੇ ਦੇ ਅੰਦਰ ਆਤਮ ਸਨਮਾਨ ਨਹੀਂ ਸੀ। ਉਸ ਸਮੇਂ 'ਤੇ ਚੰਦੂ ਵਰਗੇ ਲੋਕ ਸੀ ਜਿਹੜੇ ਉਹ ਸਨਮਾਨ ਅਰਜਿਤ ਕਰਨ ਦੇ ਵਿੱਚ ਕੰਮ ਕਰ ਰਹੇ ਸਨ। Unlike most great men of Indian history, he had no very exaggerated notion of his own importance। ਤਾਂ ਚੰਦੂ ਨੂੰ ਖੁਦ ਵੀ ਉਸ ਸਮੇਂ ਪਤਾ ਨਹੀਂ ਹੋਣਾ ਕਿ ਉਸ ਦੇ ਛੋਟੇ ਛੋਟੇ ਕੰਮ ਕਿੰਨੇ ਆਉਣ ਵਾਲੇ ਸਮਾਜ ਦੇ ਵਿੱਚ ਨਵਾਂ ਪੈਂਡਾ ਸ਼ੁਰੂ ਕਰਨਗੇ ਆਮ ਲੋਕਾਂ ਲਈ ਆਤਮ ਸਨਮਾਨ ਵਧਾਉਣ ਲਈ। ਤਾਂ ਹੁਣ ਰਾਈਟਰ ਚੰਦੂ ਨੂੰ ਕਦੋਂ ਤੋਂ ਜਾਣਦੇ ਨੇ। ਆਈ ਨਿਊ ਚੰਦੂ ਐਵਰ ਸਿੰਸ ਦ ਡੇਜ਼ ਵੈਨ ਹੀ ਵੋਰ ਅ ਪੀਸ ਆਫ ਰੈਗ। ਸੋ ਉਹਨਾਂ ਦਾ ਬਚਪਨ ਦਾ ਦੋਸਤ ਹੈ ਚੰਦੂ। ਚੰਦੂ ਵਾਜ਼ ਮਾਈ ਸੀਨੀਅਰ ਬਾਈ ਅਬਾਊਟ 6 months। ਅੱਗੇ ਜਾ ਕੇ ਮੁਲਕ ਰਾਜ ਆਨੰਦ ਦੱਸਦੇ ਹਨ ਕਿ ਉਹ ਮੇਰੇ ਤੋਂ 6 ਮਹੀਨੇ ਵੱਡਾ ਸੀ। ਬੱਚੇ ਇਹ ਕੁਐਸਚਨ ਤੁਹਾਨੂੰ ਅਕਸਰ ਹੀ ਆ ਜਾਂਦਾ, ਬੜਾ ਇੰਪੋਰਟੈਂਟ ਕੁਐਸਚਨ ਵੀ ਆ ਔਰ ਰਿਪੀਟ ਵੀ ਹੋਇਆ ਐਗਜ਼ਾਮ 'ਚ। ਵਾਟ ਵਾਜ਼ ਦ ਏਜ ਡਿਫਰੈਂਸ ਬਿਟਵੀਨ ਦ ਰਾਈਟਰ ਐਂਡ ਚੰਦੂ। ਦੋਵਾਂ ਦੇ ਵਿੱਚ ਉਮਰ ਦਾ ਕੀ ਫਰਕ ਸੀ, ਲੇਖਕ ਅਤੇ ਚੰਦੂ ਦੇ। ਤਾਂ ਤੁਸੀਂ ਇੱਥੇ ਇਹ ਲਾਈਨ ਲਿਖ ਸਕਦੇ ਹੋ, ਚੰਦੂ ਵਾਜ਼ ਸੀਨੀਅਰ ਬਾਈ 6 months। ਚੰਦੂ 6 ਮਹੀਨੇ ਵੱਡਾ ਸੀ। ਐਂਡ ਹੀ ਆਲਵੇਜ਼ ਟੁਕ ਲੀਡ ਇਨ ਆਲ ਦ ਮੈਟਰਸ। ਸੋ ਚੰਦੂ ਦੇ ਕੈਰੈਕਟਰ ਸਕੈਚ ਦੀ ਪਹਿਲੀ ਕੁਆਲਿਟੀ ਉਸ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਸੀ, ਅਗਵਾਈ ਕਰਨ ਦਾ ਗੁਣ ਸੀ, ਹਰ ਚੀਜ਼ ਦੇ ਵਿੱਚ ਪਹਿਲ ਕਰਨ ਦੀ ਸ਼ਕਤੀ ਚੰਦੂ ਦੇ ਅੰਦਰ ਸੀ।
ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਉਹਨੂੰ ਮੁਹਾਰਤ ਹਾਸਿਲ ਸੀ। ਹੀ ਵਾਜ਼ ਅ ਜੀਨੀਅਸ ਐਟ ਕੈਚਿੰਗ ਵਾਸਪਸ। ਇਹ ਸਾਰੇ ਬੱਚੇ ਇਕੱਠੇ ਹੋ ਕੇ ਨਾ ਪਰਿੰਡਾਂ ਫੜ ਕੇ ਖੇਡਦੇ ਹੁੰਦੇ ਸੀ ਔਰ ਚੰਦੂ ਬੜੀ ਜ਼ਬਰਦਸਤ ਤਰੀਕੇ ਨਾਲ ਪਰਿੰਡ ਫੜਦਾ ਸੀ, ਉਹਨੂੰ ਕਦੇ ਲੜਦੀ ਨਹੀਂ ਸੀ। ਐਂਡ ਦ ਰਾਈਟਰ ਸੇਜ਼ ਦੈਟ ਵੈਨ ਹੀ ਟਰਾਈਡ ਸੋ ਹੀ ਵਾਜ਼ ਆਲਵੇਜ਼ ਬਿਟਨ ਬਾਏ ਦ ਵੈਸਪਸ। ਜਿੰਨੀ ਵਾਰ ਲੇਖਕ ਕੋਸ਼ਿਸ਼ ਕਰਦਾ ਸੀ ਤਾਂ ਅਕਸਰ ਪਰਿੰਡਾਂ ਉਹਦੀਆਂ ਗੱਲਾਂ 'ਤੇ ਲੜ ਜਾਇਆ ਕਰਦੀਆਂ ਸੀ। ਸੋ ਇਸ ਲਈ ਉਹਨੂੰ ਚੰਦੂ ਕੀ ਲੱਗਦਾ ਸੀ, ਹੀਰੋ ਲੱਗਦਾ ਸੀ। ਫॉर ਹਿਮ ਚੰਦੂ ਵਾਜ਼ ਪਰਫੈਕਟ ਇਨ ਇਟ। ਵੈਨ ਵੀ ਗਰੂ ਅਪ ਹੀ ਸਟਿਲ ਸੀਮਡ ਟੂ ਮੀ ਐਂਬੋਡੀਮੈਂਟ ਆਫ ਪਰਫੈਕਸ਼ਨ। ਜਿਵੇਂ ਜਿਵੇਂ ਉਹ ਵੱਡੇ ਹੁੰਦੇ ਗਏ ਉਹ ਕਹਿੰਦਾ ਕਿ ਚੰਦੂ ਮੈਨੂੰ ਹਮੇਸ਼ਾ ਹੀ ਲੱਗਦਾ ਰਿਹਾ ਕਿ ਹਰ ਚੀਜ਼ ਦੇ ਵਿੱਚ ਪਰਫੈਕਟ ਹੈ। ਹੁਣ ਪਰਿੰਡਾਂ ਫੜਨ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਚੰਦੂ ਵਧੀਆ ਕਰਦਾ ਸੀ, ਹੀ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ। ਉਹ ਨਾ ਕਾਗਜ਼ ਦੀਆਂ ਪਤੰਗਾਂ ਬਹੁਤ ਸੋਹਣੀਆਂ ਬਣਾਇਆ ਕਰਦਾ ਸੀ। ਸੱਚ ਇੰਟਰੀਕੇਟ ਡਿਜ਼ਾਈਨ ਐਂਡ ਆਫ ਸੱਚ ਬੈਲੈਂਸ ਐਜ਼ ਆਈ ਕੁਡ ਨੈਵਰ ਅਚੀਵ। ਲੇਖਕ ਕਹਿੰਦਾ ਮੈਂ ਵੀ ਪਤੰਗ ਬਣਾਉਂਦਾ, ਉਹ ਵੀ ਬਣਾਉਂਦਾ, ਲੇਕਿਨ ਉਸ ਦਾ ਡਿਜ਼ਾਈਨ ਅਤੇ ਉਸ ਦੇ ਪਤੰਗ ਦਾ ਜਿਹੜਾ ਸੰਤੁਲਨ ਹੁੰਦਾ ਉਹ ਬਹੁਤ ਹੀ ਵਧੀਆ ਹੁੰਦਾ ਅਤੇ ਮੇਰਾ ਕਦੇ ਉਹੋ ਜਿਹਾ ਬਣਿਆ ਹੀ ਨਹੀਂ। ਸੋ ਇਹ 3-4 ਪੁਆਇੰਟਸ ਬੜੇ ਇੰਪੋਰਟੈਂਟ ਆ ਜੋ ਕਿ ਤੁਹਾਡੇ ਕੁਐਸਚਨਸ ਦੇ ਵਿੱਚ ਯੂਜ਼ ਹੋਣਗੇ। ਏਜ ਡਿਫਰੈਂਸ ਕਿੰਨਾ? 6 ਮੰਥਸ। ਚੰਦੂ ਦੀਆਂ ਕੁਆਲਿਟੀਜ਼ ਕੀ ਨੇ? ਨੰਬਰ 1 ਲੀਡਰਸ਼ਿਪ ਕੁਆਲਿਟੀ, ਹਰ ਚੀਜ਼ ਦੇ ਵਿੱਚ ਪਹਿਲ ਕਰਨਾ, ਅਗਵਾਈ ਕਰਨਾ। ਨੰਬਰ 2 ਗੁੱਡ ਐਟ ਕੈਚਿੰਗ ਵਾਸਪਸ, ਪਰਿੰਡਾ ਫੜਨ ਦੇ ਵਿੱਚ ਐਕਸਪਰਟ ਹੋਣਾ। ਨੰਬਰ 3 ਗੁੱਡ ਐਟ ਮੇਕਿੰਗ ਕਾਈਟਸ, ਕਾਈਟਸ ਦੇ ਵਿੱਚ ਬਹੁਤ ਅੱਗੇ ਸੀ ਉਹ ਆਪਣੇ ਦੋਸਤਾਂ ਤੋਂ। ਨਾਓ ਹੀ ਟੈਲਸ ਮੋਰ ਅਬਾਊਟ ਚੰਦੂ। ਹੀ ਸੇਜ਼ ਦੈਟ ਚੰਦੂ ਵਾਜ਼ ਨਾਟ ਸੋ ਗੁੱਡ ਐਟ ਡੂਇੰਗ ਸਮਸ। ਹੁਣ ਆਪਾਂ ਇੱਕ ਚੀਜ਼ ਕਿਹੜੀ ਚੰਦੂ ਦੇ ਕਰੈਕਟਰ ਸਕੈਚ ਦੱਸਾਂਗੇ ਕਿ 3-4 ਕੰਮ ਤਾਂ ਉਹਨੇ ਵਧੀਆ ਕਰ ਲਏ, ਪਰ ਇੱਕ ਚੀਜ਼ ਜਿਹੜੀ ਉਹ ਵਧੀਆ ਨਹੀਂ ਕਰਦਾ ਸੀ, ਸਵਾਲ ਵਧੀਆ ਨਹੀਂ ਕੱਢਦਾ ਸੀ। ਪਰਹੈਪਸ ਬਿਕੋਜ਼ ਹਿਜ਼ ਫਾਦਰ ਅਪ੍ਰੈਂਟਿਸਡ ਹਿਮ ਅਰਲੀ ਟੂ ਦ ਹੈਰੀਡਿਟਰੀ ਪ੍ਰੋਫੈਸ਼ਨ ਆਫ ਦ ਬਾਰਬਰਸ ਕਾਸਟ। ਇਹਦਾ ਵੀ ਕਾਰਨ ਦੱਸਿਆ ਉਹਨੇ। ਲੇਖਕ ਕਹਿੰਦਾ ਉਸਦੇ ਪਿਤਾ ਜੀ ਉਹਨੂੰ ਪੜ੍ਹਨ ਅਤੇ ਸਵਾਲ ਕੱਢਣ ਦਾ ਟਾਈਮ ਹੀ ਨਹੀਂ ਦਿੰਦੇ ਸੀ ਕਿਉਂਕਿ ਉਸਨੂੰ ਆਪਣੇ ਪਿਤਾ ਜੀ ਨਾਲ ਨਾਈ ਦੀ ਦੁਕਾਨ 'ਤੇ ਕੰਮ ਕਰਾਉਣਾ ਪੈਂਦਾ ਸੀ, ਹੈਅਰ ਕਟਿੰਗ ਕਰਨੀ ਪੈਂਦੀ ਸੀ ਅਤੇ ਕਿਹੜੇ ਵੇਲੇ ਉਹ ਇਸ ਦੀ ਪ੍ਰੈਕਟਿਸ ਕਰਦਾ ਅਤੇ ਕਿਹੜੇ ਵੇਲੇ ਸਵਾਲ ਕੱਢਦਾ। ਇਸ ਲਈ ਚੰਦੂ ਸਵਾਲ ਵਧੀਆ ਨਹੀਂ ਸੀ ਕੱਢ ਪਾਉਂਦਾ। ਲੇਕਿਨ ਸਾਨੂੰ ਰਾਈਟਰ ਕੀ ਦੱਸਦੇ ਨੇ? ਹੀ ਵਾਜ਼ ਬੈਟਰ ਦੈਨ ਆਈ ਐਟ ਰਿਸਾਈਟਿੰਗ ਪੋਇਟਰੀ। ਲੇਕਿਨ ਕਵਿਤਾ ਪਾਠ ਦੇ ਵਿੱਚ ਉਹ ਮੇਰੇ ਨਾਲੋਂ ਜ਼ਿਆਦਾ ਵਧੀਆ ਸੀ। ਫॉर not only did he remember by rote the verses in the textbook, but he could repeat the endless pages of prose in that book so that they seemed like poetry. ਤਾਂ ਉਹ ਕਹਿੰਦਾ ਕਿ ਉਹਦੀ ਖਾਸੀਅਤ ਕੀ ਸੀ ਕਿ ਸਿਰਫ ਇਹ ਨਹੀਂ ਕਿ ਉਹਨੂੰ ਪੋਇਟਰੀ ਯਾਦ ਸੀ ਜਾਂ ਬਹੁਤ ਅੱਛੀ ਬੋਲਦਾ ਸੀ, ਉਹ ਕਵਿਤਾ ਨੂੰ ਬਹੁਤ ਅੱਛੀ ਪੜ੍ਹਦਾ ਸੀ, ਲੇਕਿਨ ਉਸਨੂੰ ਮੂੰਹ ਜ਼ਬਾਨੀ ਵੀ ਯਾਦ ਹੋ ਜਾਂਦੀ ਸੀ। ਉਸ ਤੋਂ ਵਧੀਆ ਗੱਲ ਸੀ। ਉਹ ਕਹਿੰਦਾ ਕਿ ਸਿਰਫ ਕਵਿਤਾ ਹੀ ਨਹੀਂ ਬਲਕਿ ਪ੍ਰੋਜ਼ ਵਾਰਤਕ ਯਾਨੀ ਕਿ ਕਹਾਣੀਆਂ, ਲੇਖ ਵੀ ਇੱਕ ਵਾਰ 'ਚ ਪੜ੍ਹ ਕੇ ਉਹਨੂੰ ਯਾਦ ਹੋ ਜਾਂਦੇ ਸੀ। ਸੋ ਚੰਦੂ ਦੀ ਨੈਕਸਟ ਕੁਆਲਿਟੀ ਕੀ ਹੈ? ਹੀ ਵਾਜ਼ ਗੁੱਡ ਇਨ ਲੈਂਗੁਏਜ। ਭਾਸ਼ਾ ਸਿੱਖਣ ਦੇ ਵਿੱਚ ਚੰਦੂ ਅੱਗੇ ਸੀ। ਹੁਣ ਆਪਾਂ ਦੱਸਾਂਗੇ ਕਿ ਲੇਖਕ ਦੀ ਮਾਂ ਨੂੰ ਚੰਦੂ ਕਿਹੋ ਜਿਹਾ ਲੱਗਦਾ ਸੀ। ਮਾਈ ਮਦਰ ਰਿਸੈਂਟਡ ਦ ਫੈਕਟ ਦੈਟ ਚੰਦੂ ਵਾਜ਼ ਵਨ ਅ ਸਕੋਲਰਸ਼ਿਪ ਐਟ ਸਕੂਲ ਵਾਈਲ ਆਈ ਹੈਡ ਟੂ ਪੇ ਫੀ ਟੂ ਬੀ ਟੌਟ। ਤਾਂ ਚੰਦੂ ਦੀ ਮਾਂ, ਲੇਖਕ ਦੀ ਮਾਂ ਕੀ ਚੰਦੂ ਨੂੰ ਪਸੰਦ ਕਰਦੀ ਸੀ? ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਉਸ ਨੂੰ ਇੱਕ ਚੀਜ਼ 'ਤੇ ਹਮੇਸ਼ਾ ਜਲਨ ਹੁੰਦੀ ਸੀ ਕਿ ਚੰਦੂ ਨੂੰ ਵਜ਼ੀਫਾ ਮਿਲਦਾ ਹੈ ਸਕੂਲ ਵਿੱਚ ਜਦੋਂ ਕਿ ਲੇਖਕ ਨੂੰ ਪੈਸੇ ਦੇਣੇ ਪੈਂਦੇ ਹਨ। ਸੋ ਉਹ ਕੀ ਕਰਦੀ ਰਹਿੰਦੀ ਸੀ? ਕੰਟੀਨਿਊਸਲੀ ਸ਼ੀ ਵਾਜ਼ ਇਨਸਲਟਿੰਗ ਚੰਦੂ, calling him a low-caste barber's son, and she always denied the author to meet Chandu or play with Chandu because Chandu has a lowly origin. ਤਾਂ ਉਸ ਦੀ ਮਾਂ ਹਮੇਸ਼ਾ ਉਸ ਨੂੰ ਡਾਂਟਦੀ ਸੀ ਕਿ ਚੰਦੂ ਨਾਲ ਨਾ ਘੁੰਮਿਆ ਕਰ। ਉਸ ਸਮੇਂ ਕਿਹਾ ਜਾਂਦਾ ਸੀ ਕਿ ਨਾਈ ਜਾਤ, ਨੀਵੀਂ ਜਾਤ, ਤਾਂ ਤੂੰ ਉਸ ਦੇ ਨਾਲ ਕਿਉਂ ਜਾਂਦਾ ਹੈ? ਤਾਂ ਇਹੋ ਜਿਹੀਆਂ ਗੱਲਾਂ ਕਹਿ ਕੇ ਉਹ ਲੇਖਕ ਦਾ ਦਿਲ ਦੁਖਾਇਆ ਕਰਦੀ ਸੀ। Indeed, I was always rather ashamed of the red caste mark which my mother put on my head every morning. ਪਰ ਲੇਖਕ ਕਹਿੰਦਾ ਅਸਲ 'ਚ ਮੈਨੂੰ ਤਾਂ ਮੇਰੀ ਜਾਤ ਨਾਲ ਨਫ਼ਰਤ ਸੀ। ਮੇਰੀ ਮਾਂ ਰੋਜ਼ ਸਵੇਰੇ ਮੇਰੇ ਲਾਲ ਟਿੱਕਾ ਮੱਥੇ 'ਤੇ ਲਾ ਦਿੰਦੀ ਸੀ। ਮੈਨੂੰ ਉਹ ਵਧੀਆ ਨਹੀਂ ਲੱਗਦਾ ਹੁੰਦਾ ਸੀ ਅਤੇ ਮੈਨੂੰ ਬਿਲਕੁਲ ਨਹੀਂ ਸੀ ਚੰਗਾ ਲੱਗਦਾ ਕਿ ਉਹ ਇਸ ਤਰ੍ਹਾਂ ਟਿੱਕਾ ਲਾ ਕੇ ਮੈਨੂੰ ਭੇਜ ਦਿੰਦੀ ਹੁੰਦੀ ਸੀ। ਹੁਣ ਆਪਾਂ ਦੱਸਾਂਗੇ ਕਿ ਲੇਖਕ ਕਿਹੋ ਜਿਹੇ ਕੱਪੜੇ ਪਹਿਨਦਾ ਸੀ। ਬਿਕੋਜ਼ ਦੇਰ ਇਜ਼ ਅ ਕੁਐਸਚਨ ਕਿ ਵਿਚ ਟਾਈਪ ਆਫ ਡਰੈਸ ਇਜ਼ ਵੋਰਨ ਬਾਈ ਦ ਆਥਰ। ਤਾਂ ਉਸਦੀ ਮਾਂ ਉਸਨੂੰ ਸਿਰਫ ਟਿੱਕਾ ਹੀ ਨਹੀਂ ਲਗਾਉਂਦੀ ਸੀ,
He used to wear the achkin, the tight cotton trousers, and the gold worked shoes and the silk turban. ਤਾਂ ਲੇਖਕ ਕਹਿੰਦਾ ਮੈਨੂੰ ਹਰ ਰੋਜ਼ ਸਾਫ ਸੁਥਰੇ ਕੱਪੜੇ ਪਹਿਨਾਏ ਜਾਂਦੇ ਸੀ। ਸਾਫ ਸੁਥਰੇ ਕੱਪੜਿਆਂ ਦੇ ਵਿੱਚ ਇੱਕ ਅਚਕਨ ਹੁੰਦੀ ਸੀ ਅਤੇ ਮੈਂ ਇੱਕ ਭੀੜੀ ਪਜਾਮੀ ਪਾਈ ਹੁੰਦੀ ਸੀ। ਮੇਰੇ ਕੋਲ ਅਜਿਹੇ ਜੁੱਤੇ ਸਨ ਜਿਹਦੇ ਉੱਤੇ ਸੁਨਹਿਰਾ ਕੰਮ ਕੀਤਾ ਹੋਇਆ ਸੀ, ਕਢਾਈ ਕੀਤੀ ਹੋਈ ਸੀ ਮੇਰੀਆਂ ਜੁੱਤੀਆਂ 'ਤੇ, ਕੱਢਵੀਂ ਜੁੱਤੀ ਪਾਈ ਹੋਈ ਸੀ। ਸਿਲਕ ਦੀ ਮੇਰੇ ਪਗੜੀ ਬੰਨ੍ਹੀ ਜਾਂਦੀ ਸੀ, ਰੇਸ਼ਮੀ ਪਗੜੀ ਮੇਰੇ ਸਿਰ 'ਤੇ ਬੰਨ੍ਹੀ ਜਾਂਦੀ ਸੀ। And if Chandu wanted to wear those clothes, he was not allowed. ਸੋ ਚੰਦੂ ਵਰਗੇ ਇਨਸਾਨ ਨੂੰ ਇਸ ਤਰ੍ਹਾਂ ਦੇ ਕੱਪੜੇ ਪਾਉਣਾ ਅਲਾਉਡ ਨਹੀਂ ਸੀ, ਉਸਨੂੰ ਆਗਿਆ ਨਹੀਂ ਸੀ। ਉਸ ਨੂੰ ਹਮੇਸ਼ਾ ਕੀ ਪਾ ਕੇ ਰੱਖਣਾ ਪੈਂਦਾ ਸੀ? ਅ ਪੇਅਰ ਆਫ ਖਾਕੀ ਸ਼ਾਰਟਸ। ਚੰਦੂ ਨੇ ਹਮੇਸ਼ਾ ਹੀ ਇੱਕ ਖਾਕੀ ਜਿਹੇ ਰੰਗ ਦੀ ਨਿੱਕਰ ਪਾਈ ਹੁੰਦੀ ਸੀ। ਕੀ ਉਹ ਨਿੱਕਰ ਉਹਦੀ ਆਪਣੀ ਸੀ? ਨੋ, ਹੀ ਹੈਡ ਇਟ ਫਰੋਮ ਦ ਸੂਬੇਦਾਰ। ਉਸ ਪਿੰਡ ਦੇ ਵਿੱਚ ਇੱਕ ਸੂਬੇਦਾਰ ਸੀ, ਉਸ ਤੋਂ ਉਸਨੂੰ ਉਹ ਪੈਂਟਸ ਮਿਲ ਗਈ ਸੀ, ਹਾਫ ਪੈਂਟਸ ਸ਼ਾਰਟਸ, ਅਫਰੇਡ ਬਲੈਕ ਵੈਲਵਟ ਵੇਸਟਕੋਟ, ਇੱਕ ਉਸਨੇ ਕਮਰ ਤੱਕ ਦਾ ਕੋਟ ਪਾ ਰੱਖਿਆ ਸੀ ਹੁੰਦਾ ਸੀ। ਚੰਦੂ ਨੇ ਵੈਲਵਟ ਦਾ ਸੀ, ਮਖਮਲੀ ਜਿਹਾ ਕੋਟ ਸੀ ਕਾਲੇ ਰੰਗ ਦਾ, ਡੈਕੋਰੇਟਡ ਆਲ ਓਵਰ ਵਿਦ ਸ਼ੈਲ ਬਟਨਸ। ਉਸ ਦੇ ਉੱਤੇ ਸੀਪੀਆਂ ਵਾਲੇ ਬਟਨ ਲੱਗੇ ਸਨ ਅਤੇ ਸਜਾਇਆ ਹੋਇਆ ਸੀ ਸਾਰਾ ਕੋਟ। ਅ ਰਾਊਂਡ ਫੈਲਟ ਕੈਪ ਵਿਚ ਹੈਡ ਵਨਸ ਬਿਲੋਂਗ ਟੂ ਲਾਲਾ ਹੁਕਮ ਚੰਦ। ਤੀਸਰੀ ਚੀਜ਼ ਚੰਦੂ ਪਹਿਨਦਾ ਸੀ ਆਪਣੇ ਸਿਰ 'ਤੇ ਇੱਕ ਕੈਪ ਜੋ ਲਾਲਾ ਹੁਕਮ ਚੰਦ ਦੀ ਪੁਰਾਣੀ ਟੋਪੀ ਸੀ। ਲਾਲਾ ਹੁਕਮ ਚੰਦ ਕੌਣ ਸੀ ਜੀ? ਦ ਲਾਇਰ ਆਫ ਆਵਰ ਵਿਲੇਜ। ਲੇਖਕ ਅਨੁਸਾਰ ਲਾਲਾ ਹੁਕਮ ਚੰਦ ਪਿੰਡ ਦਾ ਵਕੀਲ ਸੀ। ਸੋ ਬੇਟਾ ਹੁਣ ਇਸ ਦੇ ਵਿੱਚ ਅਸੀਂ ਕੀ ਦੇਖਿਆ? ਡਿਫਰੈਂਸ ਆਫ ਕਲੋਥਸ। ਜੋ ਲੇਖਕ ਦੇ ਕੱਪੜੇ ਨੇ ਬੜੇ ਨਵੇਂ, ਖੂਬਸੂਰਤ, ਬਹੁਤ ਵਧੀਆ ਤਰੀਕੇ ਦੀ ਸਜਾਵਟ ਅਤੇ ਮੈਚਿੰਗ ਨਾਲ ਪਹਿਨਾਏ ਜਾਂਦੇ ਨੇ, ਜਦੋਂ ਕਿ ਚੰਦੂ ਜੋ ਕੱਪੜੇ ਪਹਿਨ ਰਿਹਾ ਲੋਕਾਂ ਦੀ ਉਤਰਨ ਇੱਧਰੋਂ ਉੱਧਰੋਂ ਮਿਲੀ ਹੋਈ ਪਹਿਨ ਰਿਹਾ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਐਂਡ ਆਈ ਅਨਵੇਅਰਡ ਚੰਦੂ ਦ ਫਰੀਡਮ ਆਫ ਮੂਵਮੈਂਟ ਵਿਚ ਹੀ ਇੰਜੋਇਡ ਆਫਟਰ ਹਿਸ ਫਾਦਰ ਡਾਈਡ ਆਫ ਪਲੇਗ। ਹੁਣ ਲੇਖਕ ਅੱਗੇ ਦੱਸਦਾ ਕਿ ਮੈਨੂੰ ਚੰਦੂ ਦੀ ਨਾ ਆਜ਼ਾਦੀ ਬੜੀ ਵਧੀਆ ਲੱਗਦੀ ਸੀ ਜਿਹੜੀ ਉਸਨੂੰ ਮਿਲ ਗਈ ਸੀ। ਕਦੋਂ ਮਿਲੀ ਸੀ? ਜਦੋਂ ਉਸਦੇ ਪਿਤਾ ਜੀ ਪਲੇਗ 'ਚ ਮਾਰੇ ਗਏ ਸੀ। ਸੋ ਬੱਚੇ ਇਹ ਵੀ ਕੁਐਸਚਨ ਆਉਂਦਾ ਕਿ ਹਾਊ ਡਿਡ ਚੰਦੂਜ਼ ਫਾਦਰ ਡਾਈ? ਚੰਦੂ ਦੇ ਪਿਤਾ ਜੀ ਦੀ ਮੌਤ ਕਿਵੇਂ ਹੋਈ? ਹੀ ਡਾਈਡ ਆਫ ਪਲੇਗ। ਪਲੇਗ ਨਾਲ ਉਹਨਾਂ ਦੀ ਮ੍ਰਿਤਿੂ ਹੋ ਗਈ। For then he would do the round of shaving and hair cutting at the house, at the high caste notables in the morning, bathe and dress, and then steal a ride to town, 6 miles away, on the footrest of the closed carriage in which Lala Hukam Chand travelled to town. ਸੋ ਇਹ ਲਾਈਨਸ ਬੜੀਆਂ ਇੰਪੋਰਟੈਂਟ ਨੇ, ਇਸ 'ਚ ਆਪਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਰਹੀ ਹੈ। ਚੰਦੂ ਦੀ ਰੂਟੀਨ ਕੀ ਬਣ ਗਈ ਸੀ ਪਿਤਾ ਜੀ ਦੀ ਮੌਤ ਤੋਂ ਬਾਅਦ ਕਿ ਉਹ ਸਾਰੇ ਪਿੰਡ ਦੇ ਉਸ ਸਮੇਂ ਕਹੇ ਜਾਣ ਵਾਲੀਆਂ ਉੱਚੀਆਂ ਜਾਤਾਂ ਦੇ ਵਾਲ ਕੱਟ ਕੇ ਆਉਂਦਾ ਸੀ, ਫਿਰ ਉਸ ਤੋਂ ਬਾਅਦ ਨਹਾ ਧੋ ਕੇ ਤਿਆਰ ਹੋ ਕੇ ਆਪਣੇ ਮਨਪਸੰਦ ਜੋ ਵੀ ਉਸਦੇ ਵਿਚਾਰੇ ਦੇ ਕੱਪੜੇ ਸੀ ਇੱਧਰੋਂ ਉੱਧਰੋਂ ਲਏ ਹੋਏ ਉਹ ਪਹਿਨਦਾ ਸੀ। ਫਿਰ ਉਹ ਸ਼ਹਿਰ ਜਾਂਦਾ ਸੀ। ਸ਼ਹਿਰ ਪਿੰਡ ਤੋਂ ਕਿੰਨੀ ਦੂਰ ਸੀ ਇਹ ਤੁਸੀਂ ਯਾਦ ਰੱਖਣਾ, 6 ਮਾਈਲਸ ਅਵੇ, 6 ਮੀਲ ਦੀ ਦੂਰੀ ਸੀ। ਜਾਂਦਾ ਕਿਵੇਂ ਸੀ ਇਹ ਵੀ ਤੁਸੀਂ ਯਾਦ ਰੱਖਣਾ, ਫੁੱਟ ਰੈਸਟ ਆਫ ਦ ਕਲੋਜ਼ਡ ਕੈਰੇਜ ਆਫ ਲਾਲਾ ਹੁਕਮ ਚੰਦ। ਲਾਲਾ ਹੁਕਮ ਚੰਦ ਇੱਕ ਵਕੀਲ ਸੀ ਤਾਂ ਉਹ ਕੀ ਕਰਦਾ ਸੀ, ਬੱਗੀ ਦੇ ਵਿੱਚ ਬੈਠ ਕੇ, ਘੋੜਾ ਗੱਡੀ 'ਚ ਬੈਠ ਕੇ ਉਹ ਸ਼ਹਿਰ ਜਾਂਦਾ ਸੀ 6 ਕਿਲੋਮੀਟਰ, ਅਤੇ ਉਸ ਘੋੜਾ ਗੱਡੀ ਦੀਆਂ ਪੌੜੀਆਂ, ਪੈੜਾਂ ਜਿਹੜੀਆਂ ਬਣੀਆਂ ਹੁੰਦੀਆਂ ਜਿੱਥੋਂ ਚੜ੍ਹ ਕੇ ਉਹ ਘੋੜਾ ਗੱਡੀ ਤੱਕ ਜਾਂਦਾ ਸੀ ਅੰਦਰ, ਤਾਂ ਉਹਦੇ ਵਿੱਚ ਚੰਦੂ ਬੈਠ ਜਾਂਦਾ ਸੀ ਪੌੜੀਆਂ 'ਚ ਅਤੇ ਨਾਲ ਹੀ ਸ਼ਹਿਰ ਚਲਾ ਜਾਂਦਾ ਸੀ। ਸੋ ਇਹ ਜਿਹੜੀ ਆਜ਼ਾਦੀ ਚੰਦੂ ਇੰਜੋਏ ਕਰਦਾ ਸੀ ਨਾ, ਇਹ ਲੇਖਕ ਨੂੰ ਬੜੀ ਵਧੀਆ ਲੱਗਦੀ ਸੀ ਕਿਉਂਕਿ ਲੇਖਕ ਇੱਕ ਬਹੁਤ ਹੀ ਅਮੀਰ ਅਤੇ ਬਹੁਤ ਹੀ ਅਨੁਸ਼ਾਸਿਤ ਪਰਿਵਾਰ ਨਾਲ ਸੰਬੰਧਿਤ ਸੀ। ਉਸਨੂੰ ਕੁਝ ਵੀ ਅਜਿਹਾ ਕਰਨ ਦੀ ਆਗਿਆ ਨਹੀਂ ਸੀ। ਅੱਗੇ ਉਹ ਦੱਸਦਾ ਆਪਣੀ ਦੋਸਤੀ ਚੰਦੂ ਨਾਲ, ਉਹ ਕਹਿੰਦਾ ਚੰਦੂ ਵਾਜ਼ ਕਾਇੰਡ ਟੂ ਮੀ। ਚੰਦੂ ਬੜਾ ਦਿਆਲੂ ਸੀ। So Chandu knew that author will never go to the city, or he will never be allowed to go to the city. So he always brought beautiful gifts from the city for the writer, and he always brought beautiful stories about the city for the writer. ਤਾਂ ਲੇਖਕ ਕਹਿੰਦਾ ਕਿ ਕਦੀ ਮੈਨੂੰ ਪੇਂਟ ਬਰਸ਼ ਲਿਆ ਦਿੰਦਾ, ਕਦੀ ਮੈਨੂੰ ਸੁਨਹਿਰੀ ਇੰਕ ਲਿਆ ਦਿੰਦਾ, ਸੁਨਹਿਰੀ ਸ਼ਾਈ, ਕਦੀ ਵਾਈਟ ਚੌਕ ਲਿਆ ਦਿੰਦਾ, ਕਦੀ ਮੈਨੂੰ 2 ਧਾਰੀ ਚਾਕੂ ਲਿਆ ਦਿੰਦਾ ਅਤੇ ਉਹਦੇ ਨਾਲ ਮੈਂ ਆਪਣੀਆਂ ਪੈਨਸਲਾਂ ਸੀ ਜਿਹੜੀਆਂ ਉਹ ਘੜਦਾ ਹੁੰਦਾ ਸੀ, ਔਰ ਕਦੇ ਕਦੇ ਮੈਨੂੰ ਸ਼ਹਿਰ ਦੀਆਂ ਕਹਾਣੀਆਂ ਸੁਣਾ ਕੇ ਐਂਟਰਟੇਨ ਕਰਦਾ ਰਹਿੰਦਾ, ਅਤੇ ਚੰਦੂ ਮੇਰੇ ਲਈ ਬੜਾ ਦਿਆਲੂ ਸੀ। ਸੋ ਹੀਅਰ ਹੀ ਇਜ਼ ਕੰਪੇਅਰਿੰਗ ਦ ਫਰੀਡਮ ਆਫ ਚੰਦੂ and his own freedom.
Who was freer? ਚੰਦੂ। ਤਾਂ ਚੰਦੂ ਦੀ ਆਜ਼ਾਦੀ ਮੇਰੇ ਨਾਲੋਂ ਜ਼ਿਆਦਾ ਸੀ। He was particularly detailed in his description of the wonderful English styles in clothes which he saw the sahibs and the lawyers and the chaparasses and the policemen wearing at the district court। ਸਭ ਤੋਂ ਵੱਡੀ ਗੱਲ ਚੰਦੂ ਉਹਨੂੰ ਜਿਹੜੀ ਆ ਕੇ ਦੱਸਦਾ ਸੀ ਕਿ ਡਿਸਟ੍ਰਿਕਟ ਕੋਰਟ ਦੇ ਵਿੱਚ, ਜ਼ਿਲ੍ਹੇ ਦੇ ਕੋਰਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਹ ਦੇਖਦਾ ਸੀ ਉੱਥੇ ਘੁੰਮਦੇ ਫਿਰਦੇ। ਬੜੇ ਸਾਹਿਬ ਹੁੰਦੇ, ਵਕੀਲ ਹੁੰਦੇ, ਚਪੜਾਸੀ ਹੁੰਦੇ, ਪੁਲਿਸ ਵਾਲੇ ਹੁੰਦੇ। ਤਾਂ ਚੰਦੂ ਆ ਕੇ ਦੱਸਿਆ ਕਰਦਾ ਕਿ ਉਹ ਕਿਸ ਕਿਸ ਤਰ੍ਹਾਂ ਦੇ ਅੰਗਰੇਜ਼ੀ ਸਟਾਈਲ ਦੇ ਕੱਪੜੇ ਪਹਿਨਦੇ ਨੇ। ਸੋ ਇਸ ਤਰ੍ਹਾਂ ਚੰਦੂ ਸਾਡੇ ਰਾਈਟਰ ਨੂੰ ਕਾफ़ੀ ਚੀਜ਼ਾਂ ਦੱਸਦਾ ਸੀ। ਇੱਕ ਚੀਜ਼ ਉਸਨੇ ਦੱਸੀ, to buy himself a rig out like that of Kallan Khan, the dentist, who he said performed miracle in the town। ਚੰਦੂ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਕੱਲਨ ਖਾਨ ਵਰਗੇ ਕੱਪੜੇ ਪਾਉਣੇ ਆ। ਕੱਲਨ ਖਾਨ ਕੌਣ ਸੀ? ਡੈਂਟਿਸਟ ਸੀ, ਦੰਦਾਂ ਦਾ ਕੰਮ ਕਰਦਾ ਸੀ ਔਰ ਉਹ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਦੀ ਦੰਦਾਂ ਦੀ ਜਿਹੜੀ ਹੈ ਉਹ ਮੁਰੰਮਤ ਵੀ ਕਰਦਾ ਸੀ, ਸੇਵਾ ਕਰਦਾ ਸੀ। ਸੋ ਸ਼ਹਿਰ ਦੇ ਵਿੱਚ ਉਹ ਚੰਦੂ ਦੇ ਅਨੁਸਾਰ ਉਹ ਕਹਿੰਦੇ ਉਹ ਮਿਰੇਕਲਸ ਕਰ ਰਿਹਾ, ਉਹ ਬੜਾ ਮਤਲਬ ਜਾਦੂ ਕਰ ਰਿਹਾ, ਉੱਥੇ ਬਹੁਤ ਪੈਸਿਆਂ ਦੀ ਕਮਾਈ ਕਰ ਰਿਹਾ। ਫਿਟਿੰਗ ਪੀਪਲ ਵਿਦ ਰੋਜ਼ ਆਫ ਟੀਥ ਐਂਡ ਈਵਨ ਨਿਊ ਆਈਜ਼। ਉਹ ਲੋਕਾਂ ਦੇ ਸਿਰਫ ਦੰਦ ਹੀ ਨਹੀਂ ਨਵੇਂ ਲਾ ਦਿੰਦਾ, ਕਈਆਂ ਦੇ ਅੱਖ ਵੀ ਨਵੀਂ ਲਾ ਦਿੰਦਾ। ਅੱਖ ਨਵੀਂ ਕਿੱਦਾਂ ਬੇਟਾ? ਕਈਆਂ ਦੀ ਅੱਖ ਖਰਾਬ ਹੁੰਦੀ ਹੈ ਤਾਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਪੱਥਰ ਦੀ ਅੱਖ ਲਵਾ ਲਓ। ਮੀਨਸ ਉਹ ਅੱਖ ਦੇਖਦੀ ਤਾਂ ਨਹੀਂ ਸੀ ਲੇਕਿਨ ਉਹ ਡੈਮੇਜਡ ਪੋਰਸ਼ਨ ਨੂੰ ਢੱਕ ਦਿੰਦੇ ਸੀ ਨਕਲੀ ਤਰੀਕੇ ਨਾਲ। ਸੋ ਇਨ ਦਿਸ ਵੇ ਚੰਦੂ ਵਾਜ਼ ਫੌਂਡ ਆਫ ਇੰਗਲਿਸ਼ ਕਲੋਥਸ। ਸੋ ਸਾਨੂੰ ਇੱਥੋਂ ਕੀ ਪਤਾ ਲੱਗਿਆ ਕਿ ਚੰਦੂ ਇਹੋ ਜਿਹੇ ਕੱਪੜੇ ਪਹਿਨਣ ਦਾ ਸ਼ੌਕੀਨ ਸੀ ਔਰ ਕਿਹਦੇ ਸਟਾਈਲ ਦੇ ਉਹ ਕੱਪੜੇ ਪਹਿਨਣਾ ਚਾਹੁੰਦਾ ਸੀ? ਡਾਕਟਰ ਕੱਲਨ ਖਾਨ ਦੇ। ਫਿਰ ਇੱਕ ਦਿਨ ਚੰਦੂ ਉਸ ਤੋਂ ਸਲਾਹ ਮੰਗਦਾ। ਹੀ ਆਸਕਡ ਮਾਈ ਐਡਵਾਈਸ ਔਨ ਦ ਕੁਐਸਚਨ ਆਫ ਵੈਦਰ as a barber educated to the 5th primary class, he would not look more dignified if he too wore a dress in the style of Dr. Kallan Khan। ਤਾਂ ਇੱਕ ਦਿਨ ਚੰਦੂ ਉਹਨੂੰ ਕੀ ਪੁੱਛਦਾ ਹੈ ਕਿ ਤੈਨੂੰ ਕੀ ਲੱਗਦਾ ਵੀ ਮੈਂ 5ਵੀਂ ਪਾਸ ਹਾਂ ਅਤੇ ਮੈਂ ਇੱਕ ਪੜ੍ਹਿਆ ਲਿਖਿਆ ਨਾਈ ਹਾਂ, ਕਿਵੇਂ ਲੱਗੂਗਾ ਜੇ ਮੈਂ ਡਾਕਟਰ ਕੱਲਨ ਖਾਨ ਵਰਗੇ ਕੱਪੜੇ ਪਾ ਲਾਂ? I learned how to treat pimples, boils and cuts on people's bodies from my father, who learned from his father before him। ਤਾਂ ਚੰਦੂ ਕਹਿੰਦਾ ਕਿ ਮੈਂ ਵੀ ਤਾਂ ਇੱਕ ਤਰ੍ਹਾਂ ਦਾ ਡਾਕਟਰ ਹੀ ਹਾਂ ਉਸ ਦੀ ਤਰ੍ਹਾਂ। ਅਗਰ ਉਹ ਲੋਕਾਂ ਦੇ ਦੰਦ ਠੀਕ ਕਰਦਾ ਹੈ ਤਾਂ ਮੈਂ ਵੀ ਲੋਕਾਂ ਦਾ ਟਰੀਟਮੈਂਟ ਕਰਦਾ, ਮੈਂ ਲੋਕਾਂ ਦੀਆਂ ਫਿੰਸੀਆਂ ਠੀਕ ਕਰ ਦਿੰਦਾ। ਸਾਡੇ ਕੋਲ ਦਵਾਈ ਹੁੰਦੀ ਹੈ, ਸਾਡੇ ਕੋਲ ਇਹੋ ਜਿਹੀ ਦਵਾਈ ਹੁੰਦੀ ਹੈ ਜੋ ਅਸੀਂ ਲੋਕਾਂ ਦੇ ਜਲੇ 'ਤੇ ਜਾਂ ਕੱਟੇ 'ਤੇ ਲਾ ਸਕਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਵੀ ਤਾਂ ਇਲਾਜ ਹੀ ਕਰਦੇ ਹਾਂ। ਮੈਨੂੰ ਮੇਰੇ ਪਿਤਾ ਜੀ ਨੇ ਸਿਖਾਇਆ, ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਨੇ ਸਿਖਾਇਆ ਸੀ। ਤਾਂ ਲੇਖਕ ਨੇ ਉਹਨੂੰ ਕੀ ਕੀਤਾ? ਹੀ ਐਗਰੀਡ, ਦ ਔਥਰ ਐਗਰੀਡ ਐਂਡ ਐਨਕਰੇਜਡ ਹਿਮ। ਲੇਖਕ ਨੇ ਉਸ ਦਾ ਹੌਸਲਾ ਵਧਾਇਆ, ਉਸ ਦੇ ਨਾਲ ਖੁਸ਼ੀ ਜ਼ਾਹਿਰ ਕੀਤੀ। ਵਿਦ ਐਂਥੂਜ਼ੀਆਜ਼ਮ, ਪੂਰੇ ਜੋਸ਼ ਨਾਲ ਉਸਨੂੰ ਕੀ ਕਿਹਾ ਕਿ ਉਹ ਤਾਂ ਹੀਰੋ ਹੈ, ਜੋ ਪਾਲੂਗਾ ਉਹਨੂੰ ਉਹੀ ਵਧੀਆ ਲੱਗੂਗਾ। One day I was thrilled to find Chandu at the door of my house। ਇੱਕ ਦਿਨ ਚੰਦੂ ਸਵੇਰੇ ਸਵੇਰੇ ਫਿਰ ਉਸ ਦੇ ਘਰ ਆ ਹੀ ਗਿਆ। He was dressed up in white turban, white rubber coat, which was too big for him, but very splendid, a pair of pumps in which I could see my face reflected in clear silhouette, and he had a leather bag in his hand। ਹੁਣ ਉਹ ਦੇਖ ਕੇ ਹੈਰਾਨ ਹੋਇਆ ਕਿ ਉਸ ਦਿਨ ਚੰਦੂ ਨੇ ਰੋਜ਼ ਵਾਲੇ ਕੱਪੜੇ ਨਹੀਂ ਪਾਏ ਸੀ, ਬਲਕਿ ਉਸ ਦਿਨ ਉਸਨੇ ਚਿੱਟੀ ਪਗੜੀ ਬੰਨੀ ਹੋਈ ਸੀ, ਚਿੱਟਾ ਰਬੜ ਦਾ ਕੋਟ ਪਾਇਆ ਹੋਇਆ ਸੀ ਜਿਹੜਾ ਕਿ ਉਹਦੇ ਲਈ ਬੜਾ ਵੱਡਾ ਸੀ ਪਰ ਸ਼ਾਨਦਾਰ ਸੀ। ਅਤੇ ਉਸਨੇ ਕਾਫੀ ਆਪਣੇ ਆਪ ਨੂੰ ਸੂਟਡ ਬੂਟਡ ਤਰੀਕੇ ਨਾਲ ਤਿਆਰ ਕੀਤਾ ਹੋਇਆ ਸੀ। ਆਪਣੇ ਹੱਥ ਵਿੱਚ ਇੱਕ ਚਮੜੇ ਦਾ ਬੈਗ ਫੜਿਆ ਹੋਇਆ ਸੀ ਅਤੇ ਕਿਤੇ ਜਾਣ ਵਾਸਤੇ ਉਹ ਤਿਆਰ ਸੀ। When the author sees his friend, marvelous, I said marvelous। ਲੇਖਕ ਕਹਿੰਦਾ ਮੈਂ ਉਸਨੂੰ ਕਿਹਾ ਸ਼ਾਨਦਾਰ ਸ਼ਾਨਦਾਰ। And he rushed off towards the house of landlord, whom he shaved every morning, myself following admiringly behind। ਇੰਨਾ ਕਹਿ ਕੇ ਚੰਦੂ ਫਿਰ ਜ਼ਮੀਂਦਾਰ ਦੇ ਘਰ ਵੱਲ ਨੂੰ ਚਲਾ ਗਿਆ। ਉੱਥੇ ਉਹ ਰੋਜ਼ ਜਾਂਦਾ ਸੀ ਸ਼ੇਵ ਕਰਨ ਅਤੇ ਲੇਖਕ ਕਹਿੰਦਾ ਮੈਂ ਉਹਦੇ ਪਿੱਛੇ ਪਿੱਛੇ ਚਲਾ ਗਿਆ, ਉਹਦੀ ਤਾਰੀਫ ਕਰਦਾ ਕਰਦਾ। ਉਹ ਇੰਨਾ ਡੈਸ਼ਿੰਗ ਲੱਗ ਰਿਹਾ ਸੀ। Actually what happens, people start making fun of Chandu
Because Chandu belonged to a low caste and a poor family, so he was not allowed to wear such clothes. So there they met Devi, landlord's little son. ਚੰਦੂ ਦਾ ਮਜ਼ਾਕ ਉੱਡਣਾ ਕਿਉਂਕਿ ਕੋਈ ਨਹੀਂ ਪਸੰਦ ਕਰਦਾ ਸੀ ਕਿ ਇੱਕ ਗਰੀਬ ਨਾਈ ਇਸ ਤਰੀਕੇ ਨਾਲ ਕੱਪੜੇ ਪਾਵੇ ਬਾਬੂਆਂ ਦੀ ਤਰ੍ਹਾਂ। ਸੋ ਜਦੋਂ ਉਹ ਲੈਂਡਲੋਰਡ ਦੇ ਘਰ ਪਹੁੰਚਦੇ ਨੇ ਉੱਥੇ ਉਹ ਮਿਲਦੇ ਨੇ ਦੇਵੀ ਨੂੰ। ਦੇਵੀ ਕੌਣ ਹੈ? ਲੈਂਡਲੋਰਡ ਦਾ ਬੇਟਾ ਹੈ। Who clapped his hand with joy and shouted to announce the coming of Chandu the barber in a beautiful heroic dress like that of the Padre Sahib of the mission school। ਤਾਂ ਹੁਣ ਕਹਿੰਦੇ ਕਿ ਦੇਵੀ ਵੀ ਬੜਾ ਖੁਸ਼ ਹੋ ਗਿਆ ਕਿਉਂਕਿ ਇਹ ਸਭ ਦੋਸਤ ਨੇ ਆਪਸ 'ਚ ਇਕੱਠੇ ਖੇਡਦੇ ਆ। ਸੋ ਦੇਵੀ ਵੀ ਚੰਦੂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਕਿ ਕਿੰਨੇ ਸੋਹਣੇ ਹੀਰੋ ਵਰਗੇ ਕੱਪੜੇ ਪਾਏ ਆਏ ਨੇ। ਸਫੇਦ ਸਫੇਦ ਕੱਪੜੇ ਔਰ ਲੰਬਾ ਕੋਟ ਬਿਲਕੁਲ ਐਂ ਲੱਗ ਰਿਹਾ ਸੀ ਜਿਸ ਤਰ੍ਹਾਂ ਮਿਸ਼ਨ ਸਕੂਲ ਦੇ ਪਾਦਰੀ ਸਾਹਿਬ ਪਾਇਆ ਕਰਦੇ ਨੇ। ਸੋ ਦੋਨੋਂ ਆਪਣੇ ਬੱਚੇ ਉਸ ਨੂੰ ਦੇਖ ਕੇ ਖੁਸ਼ ਹੋ ਰਹੇ ਸੀ। ਬਟ ਦ ਪੀਪਲ ਆਫ ਹਾਈ ਕਾਸਟ ਮੇਡ ਫਨ ਆਫ ਹਿਮ। ਵਿਜੇ ਚੰਦ, landlord, Ram 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 Ram. The son of a pig, he is bringing a leather's bag of cow hide into our house and a coat of marrow of, I don't know, some other animal, and those evil black अंग्रेजी shoes. Get out, get out. उसने एकदम चंदू ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਕਿੰਨਾ ਸੂਰ ਦਾ ਬੇਟਾ, ਕਿੰਨਾ ਧੁਰਤ ਹੈ ਇਹ। ਚਮੜਾ ਪਾ ਕੇ ਸਾਡੇ ਘਰ ਆ ਗਿਆ, ਚਮੜੇ ਦਾ ਬੈਗ ਲੈ ਕੇ, ਚਮੜੇ ਦਾ ਕੋਟ ਪਾ ਕੇ, ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਦੇ ਚਮੜੇ ਨੇ। ਔਰ ਇੱਥੋਂ ਬਾਹਰ ਨਿਕਲ ਜਾ, ਤੂੰ ਇਹ ਗੰਦੇ ਅੰਗਰੇਜ਼ੀ ਬੂਟ ਪਾਈ ਫਿਰਦਾ। ਯੂ ਸਨ ਆਫ ਅ ਡੈਵਲ, ਸ਼ੈਤਾਨ ਦੀ ਔਲਾਦ। ਯੂ ਵਿਲ ਡਿਫਾਈਲ ਮਾਈ ਰਿਲੀਜਨ, ਤੂੰ ਮੇਰਾ ਧਰਮ ਬਰਬਾਦ ਕਰ ਦੇਗਾ। ਆਈ ਸਪੋਜ਼ ਯੂ ਹੈਵ ਨੋ ਫੀਅਰ ਆਫ ਐਨੀ ਵਨ ਨਾਓ ਦੈਟ ਯੋਰ ਫਾਦਰ ਇਜ਼ ਡੈਡ। ਤੇਰੇ ਪਿਤਾ ਜੀ ਤਾਂ ਰਹੇ ਨਹੀਂ, ਹੁਣ ਤੈਨੂੰ ਕਿਸੇ ਦਾ ਡਰ ਰਿਹਾ ਨਹੀਂ। ਬਟ ਆਈ ਐਮ ਵੇਅਰਿੰਗ ਦ ਕਲੋਥ ਆਫ ਅ ਡਾਕਟਰ ਜਗੀਰਦਾਰ ਸਾਹਿਬ, ਸੈਡ ਚੰਦੂ। ਇਸ 'ਤੇ ਵੀ ਚੰਦੂ ਨੇ ਸ਼ਾਂਤੀ ਨਾਲ ਕਿਹਾ ਕਿ ਜਗੀਰਦਾਰ ਸਾਹਿਬ ਮੈਂ ਤਾਂ ਇੱਕ ਡਾਕਟਰ ਦੇ ਕੱਪੜੇ ਹੀ ਪਾਏ ਨੇ ਉਹ ਤੋਂ ਲੈ ਕੇ, ਤਾਂ ਕੀ ਹੋ ਗਿਆ। ਫਿਰ ਵੀ ਉਸ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਐਂਡ ਹੀ ਇਜ਼ ਰਿਪੀਟਡਲੀ ਇਨਸਲਟਡ ਬਾਏ ਐਵਰੀ ਵਨ, ਨਾਟ ਓਨਲੀ ਵਿਜੇ ਚੰਦ ਬਟ ਅਦਰ ਪੀਪਲ ਆਲਸੋ। ਉਸ ਸ਼ਹਿਰ ਦੇ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਉਹ ਸਾਰੇ ਉਸ ਨੂੰ ਬੇਇੱਜ਼ਤ ਕਰਦੇ ਨੇ। ਗੈਟ ਅਵੇ ਯੂ ਯੂਜ਼ਲੈਸ ਵਨ, ਬੇਕਾਰ ਆਦਮੀ ਇੱਥੋਂ ਚਲਾ ਜਾ। ਚੰਦੂ ਰਿਟਰਨਡ, ਚੰਦੂ ਇੰਨੀ ਬੇਇੱਜ਼ਤੀ ਕਰਵਾ ਕੇ ਮੁੜ ਗਿਆ। ਹਿਜ਼ ਫੇਸ ਵਾਜ਼ ਫਲਸ਼ਡ, ਉਸ ਦਾ ਚਿਹਰਾ ਸੀ ਜਿਹੜਾ ਉਹ ਸ਼ਰਮ ਨਾਲ ਲਾਲ ਹੋ ਗਿਆ। ਇੰਨੀ ਬੇਇੱਜ਼ਤੀ ਉਹ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਐਂਡ ਵਟ ਵਾਜ਼ ਦ ਰਿਐਕਸ਼ਨ ਆਫ ਦ ਆਥਰ ਐਂਡ ਦੇਵੀ। ਲੇਖਕ ਅਤੇ ਦੇਵੀ ਨੂੰ ਕੀ ਲੱਗ ਰਿਹਾ ਸੀ? ਆਫ ਕੋਰਸ ਦੇ ਵਰ ਫੀਲਿੰਗ ਬੈਡ, ਉਹਨਾਂ ਨੂੰ ਬੁਰਾ ਲੱਗ ਰਿਹਾ ਸੀ। ਦੇਵੀ ਲੈਂਡਲੋਰਡ son had begun to cry at his father's harsh word and I stopped to quieten him। ਲੇਖਕ ਕਹਿੰਦਾ ਕਿ ਦੇਵੀ ਨੂੰ ਬਹੁਤ ਬੁਰਾ ਲੱਗਿਆ ਔਰ ਰੋਣ ਲੱਗ ਗਿਆ ਜਦੋਂ ਉਹਦੇ ਪਿਤਾ ਉਹਦੇ ਦੋਸਤ ਦੀ ਬੇਇੱਜ਼ਤੀ ਕਰਨ ਲੱਗ ਗਏ ਚੰਦੂ ਦੀ, ਅਤੇ ਮੈਂ ਉਸ ਨੂੰ ਚੁੱਪ ਕਰਾਉਣ ਲਈ ਉੱਥੇ ਖੜ੍ਹ ਗਿਆ ਔਰ ਚੰਦੂ ਉੱਥੋਂ ਚਲਾ ਗਿਆ। ਅਤੇ ਉਸ ਤੋਂ ਬਾਅਦ ਚੰਦੂ ਨੂੰ ਫਿਰ ਗਾਲਾਂ ਪਈਆਂ ਅੱਗੇ ਜਾ ਕੇ। ਯੂ ਲਿਟਲ ਸਵਾਈਨ, ਯੂ ਗੋ ਔਨ ਡਿਸਗਾਈਸਿੰਗ ਯੋਰ ਸੈਲਫ ਐਜ਼ ਅ ਕਲਾਊਨ। ਤੂੰ ਇਹ ਕੱਪੜੇ ਪਾ ਕੇ ਜੋਕਰ ਲੱਗ ਰਿਹਾ, ਤੂੰ ਕੀ ਆਪਣੇ ਆਪ ਨੂੰ ਡਾਕਟਰ ਸਮਝ ਰਿਹਾ। ਫਸਟ ਗੋ ਐਂਡ ਵੀਅਰ ਯੋਰ ਓਲਡ ਕਲੋਥਸ, ਦੈਨ ਆਈ ਵਿਲ ਲੈਟ ਯੂ ਕੱਟ ਮਾਈ ਹੇਅਰ। ਇੱਥੋਂ ਜਾ, ਆਪਣੇ ਉਹੀ ਪੁਰਾਣੇ ਕੱਪੜੇ ਪਾ ਕੇ ਆ, ਫਿਰ ਤੈਨੂੰ ਵਾਲ ਕੱਟਣ ਦੇਵਾਂਗੇ। ਚੰਦੂ ਲੁਕਡ ਵੈਰੀ ਕ੍ਰੈਸਟ ਫਾਲਨ, ਚੰਦੂ ਨਾ ਇੱਕਦਮ ਟੁੱਟ ਗਿਆ। ਇੰਨਾ ਸੁਣ ਸੁਣ ਕੇ, ਇੰਨੀ ਇਨਸਲਟ ਕਰਵਾ ਕੇ ਤਾਂ ਉਹ ਬਿਲਕੁਲ ਹੀ ਟੁੱਟ ਗਿਆ। ਉਸ ਨੇ ਗੁੱਸੇ ਨਾਲ ਲੇਖਕ ਨੂੰ ਦੇਖਿਆ ਐਂਡ ਦ ਲੇਖਕ ਸੈਡ ਦੈਟ ਐਜ਼ ਇਫ ਆਈ ਹੈਡ ਬੀਨ ਰਿਸਪੋਂਸੀਬਲ ਫॉर ਦੀਜ਼ ਮਿਸ਼ੈਪਸ। ਕਿਉਂਕਿ ਚੰਦੂ ਨੇ ਸਭ ਤੋਂ ਪਹਿਲੀ ਸਲਾਹ ਕਿਹਦੀ ਲਈ ਸੀ ਕਿ ਮੈਂ ਕੱਪੜੇ ਪਾਵਾਂ ਕਿ ਨਾ ਪਾਵਾਂ? ਲੇਖਕ ਦੀ। ਲੇਖਕ ਨੇ ਕੀ ਕਿਹਾ ਸੀ ਕਿ ਪਾ ਲੈ, ਹੀਰੋ ਲੱਗੇਗਾ। ਹੁਣ ਜਦੋਂ ਉਹ ਕੱਪੜੇ ਪਾ ਕੇ ਉਸ ਦੀ ਬੇਇੱਜ਼ਤੀ ਹੋ ਰਹੀ ਹੈ ਤਾਂ ਉਹ ਚੰਦੂ ਸੀ ਜਿਹੜਾ ਉਹ ਲੇਖਕ ਵੱਲ ਨਾਰਾਜ਼ਗੀ ਭਰੇ ਅੱਖਾਂ ਨਾਲ ਦੇਖ ਰਿਹਾ ਸੀ ਕਿ ਅਗਰ ਤੂੰ ਮੈਨੂੰ ਹਾਂ ਨਾ ਕਰਦਾ, ਮੈਂ ਇਹ ਕੱਪੜੇ ਨਾ ਪਾਉਂਦਾ, ਅਤੇ ਅੱਜ ਮੇਰੀ ਇੰਨੀ ਬੇਇੱਜ਼ਤੀ ਨਾ ਹੁੰਦੀ। ਗੋ ਟੂ ਪੰਡਿਤ ਪਰਮਾਨੰਦ, ਆਈ ਸ਼ਾਊਟਡ ਆਫਟਰ ਹਿਮ, ਐਂਡ ਟੈਲ ਹਿਮ ਦੈਟ ਦਿਸ ਗਾਰਮੈਂਟਸ ਯੂ ਆਰ ਵੇਅਰਿੰਗ ਆਰ ਨਾਟ ਅਨਕਲੀਨ। ਮੈਂ ਉਸ ਨੂੰ ਚਿੱਲਾ ਕੇ ਪਿੱਛੋਂ ਕਿਹਾ ਕਿ ਪੰਡਿਤ ਪਰਮਾਨੰਦ ਨੂੰ ਜਾ ਕੇ ਦੱਸ ਦੇ ਕਿ ਜੋ ਕੱਪੜੇ ਤੂੰ ਪਹਿਨੇ ਹਨ ਇਹ ਗੰਦੇ ਨਹੀਂ ਹਨ। ਲੇਕਿਨ ਚੰਦੂ ਬਹੁਤ ਜ਼ਿਆਦਾ ਹਰਟ ਹੋ ਚੁੱਕਾ ਸੀ। ਐਵਰੀ ਵਨ was shouting at Chandu
Pandit Paramanand also, and other people also. They were shouting at him, they were insulting him, and everyone was saying that he is defiled enough by God. Why does he want to become more defiled? ਲੇਖਕ ਕਹਿੰਦਾ ਕਿ ਜਦੋਂ ਹਰ ਕੋਈ ਇਸ ਨੂੰ ਇੰਨਾ ਇਨਸਲਟ ਕਰ ਰਿਹਾ, ਮੈਂ ਸੋਚ ਰਿਹਾ ਸੀ ਕਿ ਇੱਕ ਤਾਂ ਪਰਮਾਤਮਾ ਨੇ ਹੀ ਧੱਕਾ ਕੀਤਾ ਕਿ ਉਹ ਗਰੀਬ ਹੈ, ਤੇ ਹੁਣ ਬਾਕੀ ਲੋਕ ਵੀ ਇਸ ਦੇ ਨਾਲ ਧੱਕਾ ਕਿਉਂ ਕਰ ਰਹੇ ਆ। ਤੇ ਫਿਰ ਉਸਦੇ ਮਾਤਾ ਪਿਤਾ ਉਸ ਨੂੰ ਸਮਝਾਉਂਦੇ ਆ, ਯੂ ਆਰ ਅ ਹਾਈ ਕਾਸਟ ਬੋਏ ਐਂਡ ਹੀ ਇਜ਼ ਲੋ ਕਾਸਟ ਡੈਵਿਲ, ਹੀ ਇਜ਼ ਅ ਰੌਗ। ਤੂੰ ਉੱਚੀ ਜ਼ਾਤ ਦਾ ਮੁੰਡਾ ਹੈ, ਉਹ ਛੋਟੀ ਜ਼ਾਤ ਦਾ ਮੁੰਡਾ ਹੈ, ਤੂੰ ਉਹਦੇ ਨਾਲ ਕਿਉਂ ਖੇਡਦਾ ਹੈ, ਉਹ ਤਾਂ ਇੱਕ ਠੱਗ ਹੈ। ਚੰਦੂ ਹੈਡ ਹਰਡ ਇਟ। ਜਦੋਂ ਇਹ ਗੱਲਾਂ ਵੀ ਬੋਲੀਆਂ ਗਈਆਂ ਤਾਂ ਚੰਦੂ ਨੇ ਸਭ ਕੁਝ ਸੁਣ ਲਿਆ। ਹੀ ਡਿਡ ਨਾਟ ਲੁੱਕ ਬੈਕ। ਉਹਨੇ ਪਿੱਛੇ ਨਹੀਂ ਦੇਖਿਆ। ਰੈਨ ਇਨ ਅ ਫਲਰੀ, ਫਟਾਫਟ ਭੱਜਦਾ ਗਿਆ। ਮਾਈ ਮਦਰ ਕਾਲਡ ਮੀ। ਲੇਖਕ ਕਹਿੰਦਾ ਕਿ ਮੈਨੂੰ ਮੇਰੀ ਮਾਂ ਨੇ ਬੁਲਾ ਲਿਆ। ਇਟ ਵਾਜ਼ ਟਾਈਮ ਫॉर ਮੀ ਟੂ ਈਟ। ਮੇਰੀ ਰੋਟੀ ਦਾ ਟਾਈਮ ਹੋ ਗਿਆ ਸੀ, ਮੈਂ ਸਕੂਲ ਜਾਣਾ ਸੀ ਔਰ ਮੈਂ ਲੇਟ ਹੋ ਜਾਂਦਾ, ਸੋ ਮੈਂ ਚੰਦੂ ਦੇ ਪਿੱਛੇ ਨਹੀਂ ਜਾ ਸਕਿਆ। ਇਹ ਸਾਰੀਆਂ ਗੱਲਾਂ ਨਾਲ ਚੰਦੂ ਜਿਹੜਾ ਸੀ ਉਹ ਵੀ ਡਿਸਟਰਬ ਹੋ ਗਿਆ ਅਤੇ ਉਹਦੇ ਦੋਸਤ ਵੀ ਡਿਸਟਰਬ ਹੋ ਗਏ। ਦੈਨ ਦ ਰਾਈਟਰ ਵੈਂਟ ਟੂ ਚੰਦੂਜ਼ ਹਾਊਸ ਇਨ ਦ ਆਫਟਰਨੂਨ। ਤਾਂ ਚੰਦੂ ਦੇ ਘਰ ਚਲਾ ਜਾਂਦਾ ਲੇਖਕ ਜਦੋਂ ਸਕੂਲ ਤੋਂ ਫ੍ਰੀ ਹੁੰਦਾ। ਵੇਅਰ ਇਜ਼ ਚੰਦੂ ਦੈਨ ਮਦਰ, ਆਈ ਸੈਡ। ਉਹ ਜਾ ਕੇ ਪੁੱਛਦਾ ਹੈ ਚੰਦੂ ਦੀ ਮਾਤਾ ਜੀ ਨੂੰ ਕਿ ਚੰਦੂ ਕਿੱਥੇ ਆ ਮਾਂ। ਆਈ ਡੋਂਟ ਨੋ ਸਨ, ਸ਼ੀ ਸੈਡ। ਚੰਦੂ ਦੀ ਮਾਂ ਕਹਿੰਦੀ ਹੈ ਮੈਨੂੰ ਨਹੀਂ ਪਤਾ ਕਿੱਥੇ ਚਲਾ ਗਿਆ। ਹੀ ਵੈਂਟ ਅਪ ਟਾਊਨ ਵੇ ਐਂਡ ਸੇਜ਼ ਹੀ ਅਰਨਡ ਸਮ ਮਨੀ ਸ਼ੇਵਿੰਗ ਪੀਪਲ ਔਨ ਦ ਰੋਡ ਸਾਈਡ। ਆਈ ਡੋਂਟ ਨੋ ਵਟ ਹੀ ਇਜ਼ ਅਪ ਟੂ। ਉਹ ਸ਼ਹਿਰ ਵੱਲ ਨੂੰ ਗਿਆ ਸੀ, ਮੈਨੂੰ ਕਹਿੰਦਾ ਸੀ ਮੈਂ ਉੱਥੇ ਕੁਝ ਪੈਸੇ ਕਮਾਊਂਗਾ ਸ਼ੇਵ ਕਰਕੇ, ਮੈਨੂੰ ਨਹੀਂ ਪਤਾ ਉਹ ਕੀ ਕਰਦਾ ਫਿਰੀ ਜਾਂਦਾ। ਆਈ ਡੋਂਟ ਥਿੰਕ ਹੀ ਔਟ ਟੂ ਅਨੋਏ ਦ ਕਲਾਇੰਟਸ ਆਫ ਹਿਜ਼ ਫਾਦਰ ਸਰਵਡ। ਮੈਂ ਠੀਕ ਨਹੀਂ ਸਮਝਦੀ ਕਿ ਉਹ ਮਾਲਿਕਾਂ ਨੂੰ ਐਵੇਂ ਗੁੱਸੇ ਕਰ ਰਿਹਾ ਜਿਨ੍ਹਾਂ ਦੀ ਸੇਵਾ ਉਸਦਾ ਪਿਤਾ ਕਰਦਾ ਰਿਹਾ। ਸੋ ਉਸਦੀ ਮਾਂ ਹੈ ਜਿਹੜੀ ਉਹ ਇਹ ਸਾਰੀਆਂ ਚੀਜ਼ਾਂ ਨਾਲ ਦੁਖੀ ਹੈ। He is a child and gets funny notions into his head and then ought not to be angry with him. He is a boy. You want to see him and go out playing, I suppose. Very well, I'll tell him when he comes. He has just gone up the road, I think. ਮਾਂ ਕਹਿੰਦੀ ਹੈ ਕਿ ਚਲੋ, ਹਾਲਾਂਕਿ ਚੰਦੂ ਦੀ ਮਾਂ ਬੜੇ ਲੜਾਕੇ ਸੁਭਾਅ ਦੀ ਦਿਖਾਈ ਹੈ, ਪਰ ਲੇਖਕ ਨਾਲ ਉਹ ਨਰਮਾਈ ਨਾਲ ਗੱਲ ਕਰਦੀ ਹੈ। ਕਹਿੰਦੀ ਹੈ ਬੇਟਾ ਇੱਥੇ ਨਾ ਆਇਆ ਕਰ, ਅਤੇ ਤੇਰੀ ਮਾਂ ਮੈਨੂੰ ਹੀ ਕਹੂਗੀ ਕੱਲ੍ਹ ਨੂੰ ਸਾਰਾ ਕੁਛ, ਪਰ ਫਿਰ ਵੀ ਚੱਲ ਜੇ ਤੂੰ ਚੰਦੂ ਨੂੰ ਮਿਲਣਾ ਹੈ, ਖੇਡਣਾ ਚਾਹੁੰਦਾ ਹੈ ਤਾਂ ਮੈਂ ਉਹਨੂੰ ਦੱਸ ਦੂੰਗੀ। ਵੈਸੇ ਉਹ ਹਲੇ ਬੱਚਾ, ਉਹਨੂੰ ਇੰਨਾ ਡੰਟਣਾ ਨਹੀਂ ਚਾਹੀਦਾ। ਆਲ ਰਾਈਟ ਮਦਰ, ਆਈ ਸੈਡ ਐਂਡ ਵੈਂਟ ਹੋਮ। ਲੇਖਕ ਕਹਿੰਦਾ ਇਹ ਸਭ ਕੁਝ ਸੁਣ ਕੇ ਮੈਂ ਆਪਣੇ ਘਰ ਚਲਾ ਗਿਆ। ਹੁਣ ਲੇਖਕ ਦੇ ਮਨ 'ਚ ਕੀ ਹੈ ਕਿ ਚੰਦੂ ਦੁਖੀ ਹੋ ਗਿਆ। ਚੰਦੂ ਵਿਸਲਡ ਫॉर ਮੀ ਦੈਟ ਆਫਟਰਨੂਨ। ਲੇਕਿਨ ਆ ਕੇ ਚੰਦੂ ਨੇ ਇਹਨਾਂ ਦੋਸਤਾਂ ਦਾ ਇੱਕ ਕੋਡਵਰਡ ਸੀ ਕਿ ਵਿਸਲ ਕਰਦੇ ਸੀ। ਸੋ ਚੰਦੂ ਨੇ ਆ ਕੇ ਜਦੋਂ ਸੀਟੀ ਮਾਰ ਕੇ ਬੁਲਾਇਆ, ਲੇਖਕ ਖੁਸ਼ ਹੋ ਗਿਆ। ਅਤੇ ਫਿਰ ਉਸ ਤੋਂ ਬਾਅਦ ਚੰਦੂ ਉਸਨੂੰ ਕਹਿੰਦਾ ਹੈ ਕਮ ਫॉर ਅ ਵਾਕ ਟੂ ਦ ਬਾਜ਼ਾਰ। ਚੰਦੂ ਉਹਨੂੰ ਬਾਜ਼ਾਰ ਲੈ ਜਾਂਦਾ। ਉੱਥੇ ਜਾ ਕੇ ਉਹ ਗੱਲਾਂ ਦੱਸਦਾ ਹੈ ਕਿ ਵੈਨ ਆਈ ਗੋ ਟੂ ਦ ਸਿਟੀ ਆਈ ਅਰਨ ਮੋਰ, so I'll go to the city, I will earn a lot of money and I will buy a bicycle, and this bicycle I will purchase and go to the city with the help of this bicycle and I will earn more and more. ਕਹਿੰਦਾ ਮੈਂ ਨਾ ਹੁਣ ਸ਼ਹਿਰ ਜਦੋਂ ਜਾਂਦਾ ਉੱਥੇ ਸ਼ੇਵਿੰਗ ਕਟਿੰਗ ਦੇ ਜ਼ਿਆਦਾ ਪੈਸੇ ਮਿਲਦੇ ਆ, ਸੋ ਮੈਂ ਉੱਥੇ ਹੀ ਜਾਇਆ ਕਰੂੰਗਾ। ਪਹਿਲਾਂ ਤਾਂ ਮੈਂ ਲਾਲਾ ਹੁਕਮ ਚੰਦ ਦੀ ਬੱਗੀ 'ਤੇ ਬਹਿ ਕੇ ਹੀ ਜਾਊਂਗਾ, ਹੌਲੀ ਹੌਲੀ ਮੈਂ ਪੈਸੇ ਜੋੜ ਕੇ ਨਾ ਫਿਰ ਇੱਕ ਬਾਈਸਾਈਕਲ ਲੈ ਲੂੰਗਾ ਜਾਪਾਨੀ। ਕਿੱਥੋਂ ਲੈ ਲੂੰਗਾ? ਫਰੋਮ ਦ ਗੈਮਲਿੰਗ ਸਨ ਆਫ ਲਾਲਾ ਹੁਕਮ ਚੰਦ ਫॉर 5 ਰੁਪੀਜ਼। ਕਿਉਂਕਿ ਲਾਲਾ ਹੁਕਮ ਚੰਦ ਦਾ ਮੁੰਡਾ ਆਪਣਾ ਸਾਈਕਲ ਵੇਚਣ ਨੂੰ ਫਿਰਦਾ। ਕਿਉਂ? ਕਿਉਂਕਿ ਉਹ ਗੈਮਬਲਿੰਗ ਕਰਦਾ, ਜੂਆ ਖੇਡਦਾ, ਅਤੇ ਉਹ 5 ਰੁਪਏ 'ਚ ਹੀ ਸਾਈਕਲ ਵੇਚਣ ਨੂੰ ਫਿਰਦਾ। ਅਤੇ ਜੋ ਮੈਂ ਸ਼ਹਿਰ ਜਾਂਦਾ ਮੈਂ ਘੱਟੋ ਘੱਟ ਇੱਕ ਦਿਨ 'ਚ 1 ਰੁਪਇਆ ਕਮਾ ਲੈਂਦਾ, ਅਤੇ ਮੈਂ ਨਾ ਹੁਣ ਪੈਸੇ ਇਕੱਠੇ ਕਰਕੇ 5 ਰੁਪਏ 'ਚ ਇਹ ਸਾਈਕਲ ਖਰੀਦ ਲੂੰਗਾ। Want I look grand riding on a bicycle with my overcoat, my black leather shoes and a white turban on my head, especially as there is a peg in front of the two-wheeler carriage for hanging my tool bag. ਤਾਂ ਹੁਣ ਚੰਦੂ ਉਹ ਸਵੇਰ ਵਾਲੀਆਂ ਸਾਰੀਆਂ ਗੱਲਾਂ ਭੁਲਾ ਦਿੰਦਾ
ਤੈਨੂੰ ਨਹੀਂ ਲੱਗਦਾ, ਕਹਿੰਦਾ ਮੈਂ ਕਿੰਨਾ ਸ਼ਾਨਦਾਰ ਲੱਗੂੰਗਾ ਜੋ ਮੈਂ ਆਪਣੀ ਬਾਈਸਾਈਕਲ 'ਤੇ ਬੈਠ ਕੇ ਸੋਹਣੇ ਕੱਪੜੇ ਪਾ ਕੇ ਚਿੱਟੀ ਸਫੇਦ ਪਗੜੀ ਪਾ ਕੇ ਸਾਹਮਣੇ ਟੋਕਰੀ ਦੇ ਵਿੱਚ ਮੇਰਾ ਟੂਲ ਬੈਗ ਰੱਖਿਆ ਹੋਊਗਾ, ਮੈਂ ਉੱਥੇ ਕੰਮ ਕਰਨ ਜਾਊਂਗਾ। ਇਟ ਸ਼ੋਜ਼ ਦੈਟ ਚੰਦੂ ਵਾਂਟਸ ਅ ਗੁੱਡ ਪੋਜੀਸ਼ਨ ਫॉर ਹਿਮਸੈਲਫ ਈਵਨ ਵੈਨ ਸਰਵਿੰਗ ਐਜ਼ ਅ ਬਾਰਬਰ। ਇੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਕੰਮ ਨਾਲ ਪਿਆਰ ਹੈ, ਚੰਦੂ ਨੂੰ ਆਪਣੇ ਕੰਮ ਨਾਲ ਕੋਈ ਨਾਰਾਜ਼ਗੀ ਨਹੀਂ, ਉਹ ਖੁਸ਼ ਹੈ ਨਾਈ ਦਾ ਕੰਮ ਕਰਕੇ, ਲੇਕਿਨ ਉਹ ਆਪਣੇ ਲਈ ਇੱਕ ਰਿਸਪੈਕਟ ਚਾਹੁੰਦਾ ਹੈ, ਇੱਜ਼ਤ ਚਾਹੁੰਦਾ ਹੈ। ਔਰ ਸੋਹਣੇ ਬਿਊਟੀਫੁਲ ਕੱਪੜੇ ਪਾ ਕੇ ਕਿਉਂ ਨਾ ਰੱਖੇ ਉਹ, ਕਿਉਂ ਉਸਦੇ ਲਈ ਜ਼ਰੂਰੀ ਹੈ ਫਟੇ ਪੁਰਾਣੇ ਕੱਪੜੇ ਪਾਣਾ। ਸੋ ਦ ਰਾਈਟਰ ਵਾਜ਼ ਥ੍ਰਿਲਡ, ਲੇਖਕ ਖੁਸ਼ ਹੋ ਗਿਆ। ਸੋ ਮੀਨਵਾਈਲ ਚੰਦੂ ਅਰਨਡ ਐਂਡ ਹੀ ਬੋਟ ਦ ਬਾਈਸਾਈਕਲ। ਚੰਦੂ ਪੈਸੇ ਕਮਾ ਲੈਂਦਾ ਹੈ, ਬਾਈਸਾਈਕਲ ਖਰੀਦ ਲੈਂਦਾ ਹੈ। ਦੈਨ ਦੇ ਟਰਾਈ ਟੂ ਰਾਈਡ ਦ ਬਾਈਸਾਈਕਲ ਐਂਡ ਚੰਦੂ ਫੈਲਸ ਡਾਊਨ। ਫਿਰ ਉਹ ਜਦੋਂ ਸਾਈਕਲ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਚੰਦੂ ਗਿਰ ਜਾਂਦਾ ਹੈ ਤੇ ਫਿਰ ਸਾਰੇ ਉਸਦਾ ਉਵੇਂ ਹੀ ਮਜ਼ਾਕ ਉਡਾਉਂਦੇ ਆ ਅਤੇ ਉਹਨੂੰ ਉਵੇਂ ਹੀ ਗਾਲਾਂ ਕੱਢਦੇ ਆ। ਹੀ ਵਾਜ਼ ਮੌਕਡ ਐਟ, ਹੀ ਵਾਜ਼ ਲਾਫਡ ਐਟ ਬਾਈ ਐਵਰੀਵਨ। ਲੇਕਿਨ ਇਹਦੇ ਨਾਲ ਵੀ ਚੰਦੂ ਟੁੱਟਦਾ ਨਹੀਂ। ਹੀ ਲਰਨਸ ਹਾਊ ਟੂ ਰਾਈਡ ਅ ਬਾਈਸਾਈਕਲ। ਚੰਦੂ ਫਿਰ ਇਸ ਨਾਲ ਦੁਖੀ ਤਾਂ ਹੋ ਜਾਂਦਾ, ਲੇਕਿਨ ਉਹ ਆਪਣੀ ਜ਼ਿੱਦ 'ਤੇ ਅੜਿਆ ਰਹਿੰਦਾ ਜਦ ਤੱਕ ਉਹ ਸਾਈਕਲ ਸਿੱਖ ਨਹੀਂ ਲੈਂਦਾ। ਟੈਲ ਮੀ ਨਾਓ, I insisted, with an impatience sharpened by the rhythm and excitement with which the spirit of the adventure filled my being। ਤਾਂ ਲੇਖਕ ਉਸ ਦੀ ਹਰ ਗੱਲ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈ ਰਿਹਾ ਅਤੇ ਪਲੀਜ਼ ਮੈਨੂੰ ਦੱਸ ਚੰਦੂ ਦੱਸ। ਚੰਦੂ ਕਹਿੰਦਾ ਕਿ ਨਹੀਂ, ਮੈਂ ਇਸ ਬੇਇੱਜ਼ਤੀ ਦਾ ਬਦਲਾ ਲਊਂਗਾ, ਲੇਕਿਨ ਮੈਂ ਤੈਨੂੰ ਹਾਲੇ ਨਹੀਂ ਦੱਸੂੰਗਾ ਕਿ ਮੈਂ ਬਦਲਾ ਕਿਵੇਂ ਲਊਂਗਾ। ਯੂ ਵੇਟ, ਤੂੰ ਇੰਤਜ਼ਾਰ ਕਰ। ਆਈ ਕੈਨ ਓਨਲੀ ਗਿਵ ਯੂ ਅ ਹਿੰਟ ਐਟ ਦ ਮੋਮੈਂਟ। ਇਸ ਬੇਇੱਜ਼ਤੀ ਦਾ ਬਦਲਾ ਲੈਣ ਦਾ ਮੈਂ ਸਿਰਫ ਇੱਕ ਤੈਨੂੰ ਹਿੰਟ ਦੱਸ ਸਕਦਾ। ਇਟਸ ਅ ਸੀਕਰੇਟ ਦੈਟ ਓਨਲੀ ਅ ਬਾਬਰ ਕੈਨ ਨੋ। ਇੱਕ ਨਾਈ ਹੀ ਇਹਨਾਂ ਸੀਕਰੇਟਸ ਨੂੰ ਜਾਣਦਾ ਹੁੰਦਾ ਹੈ। ਨਾਓ ਲੈਟ ਮੀ ਗੈਟ ਔਨ ਵਿਦ ਦ ਜੋਬ ਆਫ ਲਰਨਿੰਗ ਟੂ ਹੈਂਡਲ ਦਿਸ ਮਸ਼ੀਨ। ਮੈਨੂੰ ਮੇਰੇ ਸਾਈਕਲ ਨਾਲ ਰਹਿਣ ਦੇ, ਆਉਣ ਵਾਲੇ ਕੁਛ ਦਿਨਾਂ 'ਚ ਮੈਂ ਇਹਨਾਂ ਸਾਰਿਆਂ ਨੂੰ ਸਬਕ ਸਿਖਾ ਕੇ ਰਹੂੰਗਾ। ਦੈਨ ਵਨ ਡੇ ਚੰਦੂ ਕਮਸ ਐਂਡ ਟੇਕਸ ਦ ਆਥਰ ਟੂ ਦ ਵਿਲੇਜ। ਉਹ ਕਹਿੰਦਾ ਆ ਜਾ, ਹੁਣ ਉਹ ਚੀਜ਼ ਦੇਖਣ ਦਾ ਮੌਕਾ ਆ ਗਿਆ। ਕੀ ਮੌਕਾ ਆ ਗਿਆ ਕਿ ਚੰਦੂ ਨੇ ਕੀ ਕੀਤਾ ਸੀ। ਚੰਦੂ ਵਾਜ਼ ਡਿਨਾਇੰਗ ਟੂ ਸ਼ੇਵ ਐਨੀ ਵਨ ਇਨ ਦ ਵਿਲੇਜ। ਜਦੋਂ ਚੰਦੂ ਨੂੰ ਸਾਈਕਲ ਆ ਜਾਂਦੀ ਹੈ, ਉਹ ਕਹਿੰਦਾ ਮੈਂ ਤਾਂ ਕੰਮ ਹੀ ਸ਼ਹਿਰ 'ਚ ਕਰੂੰਗਾ, ਔਰ ਦੂਸਰੀ ਗੱਲ ਜਿਹੜੇ ਪਿੰਡ ਦੇ ਲੋਕ ਮੈਨੂੰ ਇਨਸਲਟ ਕਰਦੇ ਆ, ਆਈ ਵਿਲ ਨਾਟ ਕੱਟ ਦੇਅਰ ਹੈਅਰ ਔਰ ਆਈ ਵਿਲ ਨਾਟ ਸ਼ੇਵ ਦੈਮ। ਸੋ ਚੰਦੂ ਵੈਂਟ ਔਨ ਸਟ੍ਰਾਈਕ। ਬਾਰ ਇਨਸਲਟ ਕਰਾ ਕੇ ਚੰਦੂ ਨੇ ਆਪਣਾ ਰੋਸ਼ ਕਿਸ ਤਰ੍ਹਾਂ ਜ਼ਾਹਿਰ ਕੀਤਾ, ਉਸ ਨੇ ਸਟ੍ਰਾਈਕ ਕਰਤੀ। ਸਟ੍ਰਾਈਕ ਕਰਕੇ ਉਹ ਕਹਿੰਦਾ ਹੈ ਕਿ ਮੈਂ ਤਾਂ ਇੱਥੇ ਕਿਸੇ ਦੀ ਹੇਅਰ ਕਟਿੰਗ ਜਾਂ ਕਿਸੇ ਦੀ ਸ਼ੇਵਿੰਗ ਕਰਦਾ ਹੀ ਨਹੀਂ। ਫਿਰ ਚੰਦੂ ਉਹਨੂੰ ਇੱਕ ਦਿਨ ਲਿਜਾ ਕੇ ਸਾਰੇ ਪਿੰਡ ਦੇ ਵਿੱਚ ਦਿਖਾਉਂਦਾ ਹੈ। I explored the various faces and for a moment I was quite baffled। ਮੈਂ ਸਭ ਦੇ ਚਿਹਰੇ ਦੇਖੇ ਤੇ ਮੈਂ ਉਲਝ ਜੇ ਗਿਆ। Only the peasants sitting around waiting for the landlord, I said। ਮੈਂ ਉਹਨੂੰ ਕਿਹਾ ਵੀ ਹਾਂ ਕੀ ਦਿਖਾ ਰਿਹਾ, ਇੱਥੇ ਤਾਂ ਕੁਛ ਵੀ ਨਹੀਂ, ਸਾਰੇ ਬੈਠੇ ਨੇ ਕਿਸਾਨ ਜ਼ਿਮੀਂਦਾਰ ਦੀ ਵੇਟ ਕਰ ਰਹੇ ਨੇ। Look again, idiot। The landlord is there, his long jawed face dirtied with white scum of his unshaved beard। ਉਹ ਕਹਿੰਦਾ ਉਸ ਦੀ ਦਾੜੀ ਵੱਲ ਦੇਖ, ਉਸ ਦੀ ਬੀਅਰਡ ਵੱਲ ਦੇਖ, ਉਸ ਦੇ ਚਿਹਰੇ ਵੱਲ ਦੇਖ, ਮੈਂ ਇਹਦੀ ਸ਼ੇਵ ਨਹੀਂ ਕੀਤੀ, ਔਰ ਦੇਖ ਕਿੰਨਾ ਬੁਰਾ ਲੱਗ ਰਿਹਾ ਉਹਦੇ ਚਿਹਰੇ 'ਤੇ ਜਿਹੜੇ ਚਿੱਟੇ ਵਾਲ ਆਏ ਆ, ਕਿਉਂਕਿ ਦਾੜੀ 'ਤੇ ਇਹ ਕਾਲਾ ਰੰਗ ਮੇਰੇ ਤੋਂ ਕਰਵਾ ਲੈਂਦਾ ਸੀ, ਪਰ ਅਸਲ 'ਚ ਇਹਦੀ ਦਾੜੀ ਕੀ ਹੈ, ਚਿੱਟੀ ਹੈ। ਹੁਣ ਕਿਉਂਕਿ ਮੈਂ ਸ਼ੇਵ ਨਹੀਂ ਕਰ ਰਿਹਾ ਤਾਂ ਉਹਦੀ ਚਿੱਟੀ ਦਾੜੀ ਦੇ ਉੱਗੇ ਹੋਏ ਵਾਲ ਕਿੰਨੇ ਬੁਰੇ ਲੱਗ ਰਹੇ ਆ। ਹਾ ਆਈ ਸ਼ਾਊਟਡ ਹਿਲੇਰੀਅਸਲੀ। ਮੈਂ ਉੱਚੀ ਉੱਚੀ ਹੱਸਣ ਲੱਗ ਗਿਆ। ਅਤੇ ਉਸ 'ਚ ਕੀ ਦਿਖ ਰਿਹਾ ਸੀ, ਕੰਟਰਡਿਕਸ਼ਨ ਆਫ ਦ ਬਿਗ ਥਿਕ ਮੋਸਟੈਸ਼ ਬਿਕੋਜ਼ ਇਟ ਵਾਜ਼ ਡਾਈਡ ਵਿਦ ਦ ਪ੍ਰਿਕਲੀ ਵਾਈਟ ਬਰਸ਼ ਔਨ ਹਿਜ਼ ਜੌਲਸ। ਤਾਂ ਉਹ ਬੱਚੇ ਹੱਸਣ ਲੱਗ ਗਏ ਦੇਖ ਕੇ ਲੈਂਡਲੋਰਡ ਨੂੰ, ਕਿਉਂਕਿ ਉਸ ਦੀਆਂ ਮੁੱਛਾਂ ਤਾਂ ਅਜੇ ਕਾਲੀਆਂ ਸਨ, ਰੰਗੀਆਂ ਹੋਈਆਂ ਸੀ, ਅਤੇ ਜੋ ਨਵੀਂ ਦਾੜੀ ਉਗ ਰਹੀ ਸੀ ਉਹ ਸਫੇਦ ਆ ਰਹੀ ਸੀ ਅਤੇ ਉਹ ਜੋਕਰ ਵਰਗਾ ਲੱਗ ਰਿਹਾ ਸੀ। ਤਾਂ ਚੰਦੂ ਉਸਨੂੰ ਸਾਰਿਆਂ ਦਾ ਦਿਖਾਉਂਦਾ ਬੁਰਾ ਹਾਲ ਹੋਇਆ ਵਿਦਆਊਟ ਹੇਅਰ ਕਟਿੰਗ, ਵਿਦਆਊਟ ਐਨੀ ਟਾਈਪ ਆਫ ਸ਼ੇਵ, ਤਾਂ ਸਭ ਦਾ ਬੁਰਾ ਹਾਲ ਹੈ ਔਰ ਉਹ ਦੇਖਣ ਦੇ ਵਿੱਚ ਬਹੁਤ ਹੀ ਫਨੀ ਲੱਗ ਰਿਹਾ।
Beavers, 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 I shouted as I ran past the shop to the edge of the platform by the banyan tree. ਸੋ ਇਹ ਬੱਚੇ ਵੱਡਿਆਂ ਨੂੰ ਦੇਖ ਕੇ ਚੜਾਉਂਦੇ ਹੱਸਦੇ ਹੋਏ ਇੱਧਰ ਉੱਧਰ ਤੁਰੇ ਫਿਰਦੇ ਸੀ. ਸੋ all were making fun of all these people. ਤੇ ਸਾਰੇ ਹੀ ਕਿਸਾਨ ਵੀ ਸ਼ਾਹੂਕਾਰ 'ਤੇ ਹੱਸਣ ਲੱਗ ਗਏ, ਲੈਂਡਲੋਰਡ 'ਤੇ ਹੱਸਣ ਲੱਗ ਗਏ ਉਹਨਾਂ ਦੀ ਹਾਲਤ ਦੇਖ ਕੇ. ਸੋ ਇਸ ਤਰ੍ਹਾਂ ਚੰਦੂ ਸੀ ਜਿਹੜਾ ਉਹਦਾ ਜਿੱਤਣ ਵਾਲਾ ਪਾਸਾ ਸ਼ੁਰੂ ਹੋ ਗਿਆ ਸੀ. ਚੰਦੂ ਡਿਡ ਗੁੱਡ ਬਿਜ਼ਨਸ ਇਨ ਟਾਊਨ ਡਿਊਰਿੰਗ ਦੀਜ਼ ਡੇਜ਼. ਸੋ ਚੰਦੂ ਇਹਨਾਂ ਦਿਨਾਂ ਦੇ ਵਿੱਚ ਸ਼ਹਿਰ 'ਚ ਬਹੁਤ ਵਧੀਆ ਕੰਮ ਕਰ ਰਿਹਾ ਸੀ ਐਂਡ ਸੇਵਡ ਮਨੀ. ਉਸਨੇ ਪੈਸੇ ਵੀ ਬਚਾ ਲਏ ਸੀ. ਈਵਨ ਦੋ ਹੀ ਬੋਟ ਨਿਊ ਕਲੋਥਸ ਐਂਡ ਨਿਊ ਟੂਲਸ ਫॉर ਹਿਮਸੈਲਫ ਐਂਡ ਗੇਵ ਮੀ ਵੇਰੀਅਸ ਪ੍ਰੈਜ਼ੈਂਟਸ. ਉਹਨੇ ਸਿਰਫ ਖੁਦ ਲਈ ਨਵੇਂ ਕੱਪੜੇ ਨਵੇਂ ਔਜ਼ਾਰ ਨਹੀਂ ਖਰੀਦੇ, ਮੈਨੂੰ ਵੀ ਗਿਫਟਸ ਲਿਆ ਕੇ ਦਿੰਦਾ ਰਹਿੰਦਾ ਸੀ. ਹੁਣ ਪਿੰਡ 'ਚ ਕਿਸੇ ਦੀ ਸ਼ੇਵ ਨਹੀਂ ਹੋ ਰਹੀ. ਚੰਦੂ ਦਾ ਕੰਮ ਬਾਜ਼ਾਰ 'ਚ ਵਧੀਆ ਚੱਲ ਪਿਆ. ਸੋ ਸਾਰੇ ਪਿੰਡ ਵਾਲੇ ਹਾਰ ਗਏ ਅਤੇ ਚੰਦੂ ਜਿੱਤ ਗਿਆ. ਹੁਣ ਪਿੰਡ ਵਾਲਿਆਂ ਨੇ ਕੀ ਕੀਤਾ? ਦ ਵਿਲੇਜ ਐਲਡਰਸ ਥ੍ਰੈਟਨਡ ਟੂ ਹੈਵ ਹਿਮ ਸੈਂਟ ਟੂ ਪ੍ਰਿਜ਼ਨ ਫॉर ਹਿਜ਼ offences and ordered his mother to force him to obey before they committed him to the police for the breach of the peace. ਹੁਣ ਉਹਦੀ ਮਾਂ ਨੂੰ ਜਾ ਕੇ ਧਮਕਾਉਂਦੇ ਰਹਿੰਦੇ ਸੀ ਕਿ ਇਹਨੂੰ ਕਹਿ ਸਾਡੀ ਸ਼ੇਵ ਕਰੇ, ਨਹੀਂ ਅਸੀਂ ਇਹਨੂੰ ਪੁਲਿਸ 'ਚ ਫੜਾ ਦਾਂਗੇ, ਇਹ ਸਾਡੀ ਗੱਲ ਨਹੀਂ ਮੰਨਦਾ, ਇਹ ਹੁਕਮ ਉਦੂਲੀ ਕਰਦਾ. ਲੇਕਿਨ ਕਿਉਂਕਿ ਚੰਦੂ ਹੁਣ ਆਪਣੇ ਪੈਰਾਂ 'ਤੇ ਖੜ੍ਹਾ ਹੋ ਚੁੱਕਿਆ ਸੀ, ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ. ਐਂਡ ਸੋ ਚੰਦੂਜ਼ ਮਦਰ ਆਲਸੋ ਗੋਟ ਕੌਨਫੀਡੈਂਟ. ਚੰਦੂਜ਼ ਮਦਰ ਹੈਡ ਫॉर ਦ ਫਸਟ ਟਾਈਮ ਇਨ ਹਰ ਲਾਈਫ ਟੱਚ ਦ ਐਜ ਆਫ ਪ੍ਰੋਸਪੈਰਿਟੀ. ਪਹਿਲੀ ਵਾਰੀ ਉਸ ਦੀ ਮਾਂ ਨੇ ਰੱਜ ਕੇ ਰੋਟੀ ਖਾਧੀ ਸੀ. ਪਹਿਲੀ ਵਾਰੀ ਉਸ ਦੀ ਮਾਂ ਨੇ ਇਸ ਤਰੀਕੇ ਨਾਲ ਸੋਹਣੇ ਪੈਸੇ ਦੇਖੇ ਸੀ. ਸੋ ਸ਼ੀ ਵਾਜ਼ ਆਲਸੋ ਕਰੇਜੀਅਸ ਨਾਓ. ਉਹ ਵੀ ਹੁਣ ਮੋੜ ਮੋੜ ਕੇ ਜਵਾਬ ਦਿੰਦੀ ਸੀ ਅਤੇ ਕਿਸੇ ਦੀ ਗੱਲ ਵੀ ਸੁਣਦੀ ਨਹੀਂ ਸੀ. ਸੋ ਲੇਟਰ ਔਨ ਚੰਦੂ ਨੇ ਇੱਕ ਚੀਜ਼ ਕੀ ਕੀਤੀ? ਵੈਨ ਦ ਵਿਲੇਜਰਸ ਥ੍ਰੈਟਨਡ ਹਿਮ that if he will not shave they will hire a barber from the other village. ਤਾਂ ਉਹ ਕਹਿੰਦੇ ਕਿ ਚੱਲ ਠੀਕ ਹੈ, ਤੂੰ ਸਾਡੀ ਸ਼ੇਵ ਨਹੀਂ ਕਰਦਾ, ਅਸੀਂ ਦੂਜੇ ਪਿੰਡੋਂ ਬੁਲਾ ਕੇ ਨਾਈ ਨੂੰ ਸ਼ੇਵ ਕਰਾ ਲਾਂਗੇ. ਦੈਨ ਚੰਦੂ ਅਪਰੋਚਡ all the barbers of nearby villages. ਚੰਦੂ ਨੇੜੇ ਦੇ ਪਿੰਡਾਂ ਦੇ ਸਾਰੇ ਨਾਈਆਂ ਨਾਲ ਸੰਪਰਕ ਕਰ ਲੈਂਦਾ ਐਂਡ ਦੇ ਵਰ ਔਨ ਸਟ੍ਰਾਈਕ. ਉਹ ਸਾਰੇ ਕਹਿੰਦੇ ਆ ਕਿ ਅਸੀਂ ਤੁਹਾਡੇ ਘਰ ਘਰ ਆ ਕੇ ਸ਼ੇਵ ਨਹੀਂ ਕਰਾਂਗੇ. ਵੀਲ ਓਪਨ ਦ ਸੈਲੋਨਸ. ਅਸੀਂ ਤਾਂ ਆਪਣੀਆਂ ਦੁਕਾਨਾਂ ਖੋਲਾਂਗੇ. ਇਫ ਯੂ ਵਾਂਟ ਟੂ ਗੈਟ ਦ ਸਰਵਿਸਿਜ਼ ਕਮ ਟੂ ਅਵਰ ਸੈਲੋਨ. ਅਗਰ ਤੁਸੀਂ ਆਉਣਾ ਹੈ ਸ਼ੇਵਿੰਗ ਕਰਾਉਣੀ ਕਟਿੰਗ ਕਰਾਉਣੀ ਸਾਡੀ ਸੈਲੋਨ 'ਤੇ ਆਓ ਐਂਡ ਵੀਲ ਗੈਟ ਪੇਮੈਂਟ ਫॉर ਦੈਟ. ਇਸ ਦੇ ਲਈ ਤੁਹਾਨੂੰ ਸਾਡੀ ਪੇਮੈਂਟ ਕਰਨੀ ਪਏਗੀ. ਐਂਡ ਇਫ ਯੂ ਇਨਸਲਟ ਅਸ ਵਿਲ ਨਾਟ ਵਰਕ ਫॉर ਯੂ. ਅਗਰ ਤੁਸੀਂ ਸਾਡੀ ਬੇਇੱਜ਼ਤੀ ਕਰੋਗੇ ਅਸੀਂ ਤੁਹਾਡੇ ਲਈ ਕੰਮ ਨਹੀਂ ਕਰਾਂਗੇ. ਵਿਲ ਥਰੋ ਯੂ ਆਊਟ ਆਫ ਦ ਸੈਲੋਨ. ਅਸੀਂ ਤੁਹਾਨੂੰ ਆਪਣੀ ਸੈਲੋਨ 'ਚੋਂ ਬਾਹਰ ਕੱਢ ਦਾਂਗੇ. ਔਰ ਇਹਨਾਂ ਸ਼ਰਤਾਂ ਦੇ ਆਧਾਰ 'ਤੇ ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ ਹੈਅਰ ਡਰੈਸਿੰਗ ਐਂਡ ਸ਼ੇਵਿੰਗ ਸੈਲੋਨ, ਇਹ ਸੈਲੋਨ ਦਾ ਨਾਂ ਹੈ ਜੋ ਚੰਦੂ ਨੇ ਆਪਣੀ ਸ਼ੁਰੂ ਕਰ ਲਈ ਸੀ ਸੈਲੋਨ. ਔਰ ਨੇੜੇ ਤੇੜੇ ਦੇ ਸਾਰੇ ਬਾਬਰਸ ਨੂੰ ਆਪਣੇ ਨਾਲ ਜੋੜ ਲਿਆ ਸੀ. ਇਹਨਾਂ ਨੇ ਇੱਕ ਯੂਨੀਅਨ ਬਣਾ ਲਈ ਸੀ ਅਤੇ ਉਹ ਯੂਨੀਅਨ ਸੀ ਜਿਹੜੀ ਉਹ ਉਹਨਾਂ ਦੇ ਹੱਕਾਂ ਲਈ ਕੰਮ ਕਰਦੀ ਸੀ. ਦੈਟ ਇਜ਼ ਵਾਈ ਦ ਰਾਈਟਰ ਸੈਡ ਦੈਟ ਚੰਦੂ ਵਾਜ਼ ਵਨ ਆਫ ਦ ਮੇਕਰਸ ਆਫ ਮਾਡਰਨ ਇੰਡੀਆ. ਇਸੇ ਲਈ ਲੇਖਕ ਕਹਿੰਦਾ ਹੈ ਕਿ ਚੰਦੂ ਆਧੁਨਿਕ ਭਾਰਤ ਬਣਾਉਣ ਵਾਲੇ ਕੁਝ ਕੁ ਲੋਕਾਂ ਦੇ ਵਿੱਚੋਂ ਹੈ. ਸੋ ਦ ਰਾਈਟਰ ਸੇਜ਼ ਦੈਟ ਐਟ ਲਾਸਟ ਚੰਦੂ ਬਿਕੇਮ ਅ ਰੀਅਲ ਹੀਰੋ, a winner, because he was always confident and he always believed in himself and he had a lot of self-respect. So at last Chandu emerged out to be wealthy and the real hero. That's the end of the story. So ਲੇਖਕ ਕਹਿੰਦਾ ਹੈ ਕਿਉਂਕਿ ਚੰਦੂ ਬਹੁਤ ਆਤਮ ਸਨਮਾਨ ਨਾਲ ਭਰਿਆ ਹੋਇਆ ਬੱਚਾ ਸੀ, ਬਹੁਤ ਹੀ ਹੁਨਰਮੰਦ ਸੀ, ਟੈਲੈਂਟਡ ਸੀ ਔਰ ਉਸ ਦੇ ਕੋਲ ਲੀਡਰਸ਼ਿਪ ਕੁਆਲਿਟੀ ਸੀ. ਸੋ ਇਸ ਟ੍ਰੇਡ ਯੂਨੀਅਨ ਨਾਲ ਉਸਨੇ ਆਪਣੇ ਆਪ ਨੂੰ ਸਿਰਫ ਸਟਰੋਂਗ ਹੀ ਨਹੀਂ ਕੀਤਾ ਬਲਕਿ ਪੈਸੇ ਕਮਾ ਕੇ ਆਪਣੇ ਆਪ ਨੂੰ ਅਮੀਰ ਵੀ ਕਰ ਲਿਆ. ਸੋ ਇਹ ਪੂਰੀ ਕਹਾਣੀ ਸੀ. ਆਈ ਹੋਪ ਯੂ ਲਾਈਕ ਦਿਸ ਸਟੋਰੀ ਐਂਡ ਆਲਸੋ ਸਬਸਕ੍ਰਾਈਬ ਦ ਚੈਨਲ if you like the content of this channel. If you subscribe the channel and also press the bell icon, you will get the notification of every video. Also like and share. Thank you. Have a very nice day.